सतगुर दाता नाम दिड़ाया, मुख मस्तक भाग सुभागे। राम गुरमत हर लिव लागे रहाओ, घट घट रमैया रमत राम राय। गुर शब्द गुरु लिव लागे, हाँ मान तन देवों काट गुरु कहो। मेरा भ्रम पाओ गुरबचनी भागे, अंधियारा दीपक आन जलाए। गुर ज्ञान गुरु लिव लागे, अज्ञान अंधेरा बिनस बिनास्यो। कर वस्त लही मन जागे, साकत बदक माया धारी। तिन जम जोहन लागे, उन सतगुर आगे शीस न बेचिया। होए आवह जाहे अभागे, हमरा बिनो सुनहो प्रभ ठाकुर। हम शरण प्रभु हर मांगे, जन नानक की लज पात गुरु है। सिर बेचो सतगुर आगे, हमरा बिनो सुनहो प्रभ ठाकुर। हम शरण प्रभु हर मांगे, जन नानक की लज पात गुरु है। सिर बेचो सतगुर आगे। वाहिगुरु जी का खालसा, वाहिगुरु जी की फतेह। सत्कारयोग गुरु रूप गुरु प्यारी संगत जी, आप जी बड़ भागे हो जो दीन दुनिया के मालक सतगुरु श्री गुरु ग्रंथ साहिब जी महाराज जी की पावन पवित्र हजूरी अंदर सुशोभित होके सुभायमान होके धन धन सतगुरु श्री गुरु गोबिंद सिंह साहब महाराज जी की पावन चरण छो प्राप्त ये रहमतां बरकतां वाली धरती गुरुद्वारा साहिब पातशाही दसवीं नाडा साहिब विखे अपनियां हाजरियां लवा रहे हो। जिस वेले गुरु कलगीधर महाराज जी पौंटा साहब की धरती ते जो कलगीधर महाराज जी का पहला बड़ा जंग जिन्हों आपां भंगाणी का युद्ध कहने आ, वो महाराज जी का होया और गुरु जी ने उन जंग जित्या। बचन भी कीते, भई जीत मेरी कृपा काल खेरी। साहिबजादा बाबा अजीत सिंह जी का जन्म पौंटा साहब की पावन धरती ते होया। उत्थे गुरु पातशाह जी ने पावन पवित्र बाणी जाप साहब की उचारण की। होर बहुत सारिया बाणियां गुरु साहब ने दसम पातशाह ने उत्थे उचारण कीतियां। आखिर वापस जाने का फैसला लिया आनंदपुर साहब नूं ते गुरु कलगीधर महाराज अपने परिवार समेत अपने पहले वड्डे पुत्र बाबा अजीत सिंह साहब उन्हां दे समेत होर बेअंत गुरु के सूरमे सिंघां दे समेत कलगीधर महाराज आनंदपुर साहब नूं जा रहे सन। रस्ते विच पौंटा साहब तो चलते हुए पड़ाव दर पड़ाव जिस पावन स्थान ते तुसी बैठे हो इत्थे कलगीधर महाराज ने अपने चरण पाए। महाराज सच्चे पातशाह ने सतगुरु जी आन के रुके परिवार समेत। इस वेड़े दे विच बड़ियां संगतां आउंदियां ने, इस घरों बहुत कुछ मंगदियां ने, लभदियां ने, मिलदा है। बड़े लोग ऐसे आउंदे आ जिन्हां नूं ਧੀਆਂ ਪੁੱਤਾਂ ਦੀ ਚਾਹਨਾ ਹੁੰਦੀ ਹੈ ਔਰ ਮਿਲਦੇ ਹੈ। दरअसल
ਇਸ ਵਿਹੜੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਸਾਹਿਬ ਉਹਨਾਂ ਦੇ ਵੀ ਚਰਨ ਪਏ ਹੈ। ਉਦੋਂ ਕੁਝ ਕੁ ਦਿਨ ਮਹੀਨਿਆਂ ਦੇ ਹੀ ਸਨ। ਉਹ ਇੱਥੇ ਖੇਡਦੇ ਰਹੇ ਆ, ਉਹਨਾਂ ਦੀਆਂ ਕਿਲਕਾਰੀਆਂ ਇੱਥੇ ਵੱਜਦੀਆਂ ਰਹੀਆਂ ਖੇਡਦਿਆਂ ਦੀਆਂ। ਮਾਤਾ ਸਾਹਿਬਾਨ ਉਹ ਵੀ ਰਹੇ। ਇਸ ਸਥਾਨ ਦੇ ਉੱਤੇ ਉਸ ਸਮੇਂ ਇੱਕ ਬਹੁਤ ਹੀ ਭਾਗਾਂ ਵਾਲਾ, ਗੁਰੂ ਕੇ ਪਿਆਰ ਵਾਲਾ, ਰੱਬ ਰੱਤਾ ਮਹਾਂਪੁਰਸ਼ ਗੁਰਸਿੱਖ ਰਹਿੰਦਾ ਸੀ, ਜਿਹਦਾ ਨਾਂ ਸੀ ਭਾਈ ਨਾਢੂ ਸ਼ਾਹ। ਉਹਨਾਂ ਨੂੰ ਮਹਾਰਾਜ ਦੇ ਆਉਣ ਦਾ ਜਦੋਂ ਖਬਰ ਲੱਗੀ, ਪਰਿਵਾਰ ਸਮੇਤ ਮਹਾਰਾਜ ਨੂੰ ਰਸਤੇ ਵਿੱਚ ਲੈਣ ਲਈ ਗਿਆ ਸੀ। ਬੜੇ ਚਾਅ ਨਾਲ ਲਿਆ ਕੇ ਇੱਥੇ ਉਤਾਰਿਆ। ਘੱਗਰ ਦੇ ਕੰਢੇ ਦੇ ਉੱਤੇ ਆਪਣੇ ਘਰ ਵਿੱਚ ਰਹਿੰਦਾ ਸੀ। ਗੁਰੂ ਮਹਾਰਾਜ ਜੀ ਦਾ ਟਿਕਾਣਾ ਕਰਵਾਇਆ। ਕਲਗੀਧਰ ਮਹਾਰਾਜ ਕਈ ਦਿਨ ਇੱਥੇ ਰੁਕੇ। ਉਹਦਾ ਪ੍ਰੇਮ ਵੇਖ ਕੇ ਉਹਨੇ ਆਪਣੇ ਘਰ ਕੋਈ ਚੀਜ਼ ਨਾ ਲੁਕੋਈ। ਜੋ ਕੁਝ ਵੀ ਉਹਦੇ ਕੋਲ ਸੀ ਗੁਰੂ ਕਿਆਂ ਸਿੰਘਾਂ ਲਈ, ਗੁਰੂ ਸਾਹਿਬ ਲਈ ਉਹਨੇ ਹਾਜ਼ਰ ਕਰ ਦਿੱਤਾ। ਲੰਗਰ ਪਾਣੀ, ਦੁੱਧ ਪਾਣੀ, ਕੱਪੜਾ ਲੀੜਾ, ਵਸਤਰ, ਧਨ, ਘੋੜਿਆਂ ਦੇ ਲਈ ਖੁਰਾਕਾਂ, ਸਾਰੇ ਪਰਿਵਾਰ ਨੇ, ਉਹਨਾਂ ਦੀ ਜਿੰਨੀ ਵੀ ਬਰਾਦਰੀ ਸੀ, ਭਾਈ ਨਾਢੂ ਸ਼ਾਹ ਲੁਬਾਣੇ ਸਨ, ਉਹਨਾਂ ਨੇ ਬਹੁਤ ਵੱਡੀ ਸੇਵਾ ਕੀਤੀ। ਗੁਰੂ ਕਲਗੀਧਰ ਮਹਾਰਾਜ ਬੜੇ ਖੁਸ਼ ਹੋਏ ਜਦੋਂ ਜਾਣ ਲੱਗੇ। ਨਾਢੂ ਸ਼ਾਹ ਜੀ ਨੇ ਚਰਨ ਫੜ ਲਏ। ਮਹਾਰਾਜ ਆਪ ਜੀ ਦੇ ਬਿਨਾਂ ਜੀ ਨਹੀਂ ਲੱਗੇਗਾ। ਹੁਣ ਮਨ ਤੁਹਾਡੇ ਚਰਨਾਂ ਦਾ ਭੌਰਾ ਹੋ ਗਿਆ ਹੈ, ਇੱਥੇ ਹੀ ਠਹਿਰੋ। ਸਤਿਗੁਰੂ ਜੀ ਨੇ ਉੱਥੇ ਆਖਿਆ ਕਿ ਭਾਈ ਹਜੇ ਬਹੁਤ ਵੱਡੇ ਕਾਰਜ ਕਰਨੇ ਹੈ, ਖਾਲਸਾ ਪੰਥ ਸਾਜਣਾ ਹੈ ਅਤੇ ਹੋਰ ਵੀ ਅਨੰਦਪੁਰ ਸਾਹਿਬ ਵੱਡੇ ਕਾਰਜ ਨੇ, ਉਹ ਤਾਂ ਜਾਣਾ ਹੀ ਪਏਗਾ। ਪਰ ਨਾਢੂ ਸ਼ਾਹ, ਤੂੰ ਸਾਡੇ ਲਈ ਆਪਣੇ ਘਰ ਦੇ ਦਰਵਾਜ਼ੇ ਖੋਲ੍ਹ ਦਿੱਤੇ, ਸੋ ਫਿਰ ਬਚਨ ਕੀਤਾ, ਤੇਰਾ ਘਰ ਮੇਰਾ ਘਰ ਹੋਇਆ। ਇੱਥੇ ਸਾਡਾ ਹਮੇਸ਼ਾ ਹੀ ਪਹਿਰਾ ਰਹੇਗਾ। ਇੱਥੇ ਕਦੇ ਰੰਗ ਲੱਗਣਗੇ, ਬਰਕਤਾਂ ਹੋਣਗੀਆਂ। ਮਹਾਰਾਜ ਨੇ ਬਚਨ ਕੀਤਾ, ਤੇਰੇ ਨਾਂ ਦੇ ਉੱਤੇ ਇਹ ਨਗਰ, ਇਹ ਸਥਾਨ ਦੁਨੀਆ ਵਿੱਚ ਜਾਣਿਆ ਜਾਏਗਾ। ਦੇਖੋ ਅੱਜ ਵੀ ਇਸ ਗੁਰਦੁਆਰਾ ਸਾਹਿਬ ਨੂੰ ਆਪਾਂ ਨਾਢਾ ਸਾਹਿਬ ਹੀ ਕਹਿੰਦੇ ਹਾਂ, ਕਿਉਂਕਿ ਗੁਰੂ ਕੇ ਉਸ ਪਿਆਰੇ ਭਾਈ ਨਾਢੂ ਸ਼ਾਹ ਨੇ ਗੁਰੂ ਸਾਹਿਬ ਦੀ ਸੇਵਾ ਕੀਤੀ। ਉਹਨਾਂ ਦੇ ਨਾਂ ਦੇ ਉੱਤੇ ਫਿਰ ਇਹ ਸਥਾਨ ਹੈ। ਔਰ ਗੁਰੂ ਕਲਗੀਧਰ ਦੇ ਮਹਾਰਾਜ ਦੇ ਬਚਨ ਅੱਜ ਵੀ ਪ੍ਰਤੱਖ ਇੱਥੇ ਵਰਤਦੇ ਆ। ਮੈਂ ਬੜੇ ਸਾਰੇ ਗੁਰਸਿੱਖ ਇੱਥੇ ਵੇਖੇ ਆ ਜਿਹੜੇ ਵੱਡੀਆਂ ਰਹਿਮਤਾਂ ਬਖਸ਼ਿਸ਼ਾਂ ਇੱਥੋਂ ਲੈਂਦੇ ਆ। ਕਈ ਗੁਰਸਿੱਖ ਤਾਂ ਐਸੇ ਵੀ ਵੇਖੇ ਆ। ਇੱਕ ਬਜ਼ੁਰਗ ਆਇਆ ਸੀ ਆਪਣੇ ਪੁੱਤ ਨੂੰ ਲੈ ਕੇ, ਅੱਗੇ ਆਪਣੀ ਨੂੰਹ ਨੂੰ ਲੈ ਕੇ। ਉਹਨਾਂ ਦੀ ਗੋਦ ਵਿੱਚ ਵੀ ਇੱਕ ਬੱਚਾ ਸੀ, ਬੇਟਾ। ਉਹ ਬਜ਼ੁਰਗ ਨੇ ਆਖਿਆ, ਜੀ ਇਹ ਮੇਰਾ ਪੁੱਤ ਹੈ, ਅਸੀਂ ਇਸੇ ਸਥਾਨ ਤੋਂ ਲਿਆ, ਆ ਮੇਰਾ ਪੁੱਤ ਹੈ। ਉਹ ਵੀ ਇੱਥੋਂ ਹੀ, ਮੈਨੂੰ ਵੀ ਮੇਰੇ ਮਾਪਿਆਂ ਨੇ ਇਸੇ ਸਥਾਨ ਤੋਂ ਅਰਦਾਸ ਕਰਕੇ ਗੁਰੂ ਕਲਗੀਧਰ ਮਹਾਰਾਜ ਤੋਂ ਪ੍ਰਾਪਤ ਕੀਤਾ। ਜਾਣੀ ਪੀੜ੍ਹੀਆਂ ਦਰ ਪੀੜ੍ਹੀਆਂ ਗੁਰੂ ਕੇ ਸਿੱਖ ਸੇਵਕ ਇਸ ਸਥਾਨ ਨਾਲ ਜੁੜੇ ਹੋਏ ਹੈ। ਔਰ ਗੁਰੂ ਘਰ ਦੀ ਬਹੁਤ ਵੱਡੀ ਸੇਵਾ ਇੱਥੋਂ ਦੀ ਸੰਗਤ ਕਰਦੀ ਹੈ। ਆਮ ਕਈ ਥਾਵਾਂ 'ਤੇ ਵੇਖੀ ਤਾਂ ਲੋਕਾਂ ਵਿੱਚ ਚੌਧਰ ਦੀ ਬੜੀ ਭੁੱਖ ਹੁੰਦੀ ਹੈ, ਪਰ ਮੈਂ ਇੱਕੋ ਇੱਕ ਇਹ ਸਥਾਨ ਵੇਖਿਆ, ਇੱਥੋਂ ਦੀ ਜਿੰਨੀ ਵੀ ਸੰਗਤ ਹੈ, ਛੋਟਾ ਹੋਵੇ ਕੋਈ ਵੱਡਾ ਹੋਵੇ, ਅਹੁਦੇ ਦੇ ਮੁਤਾਬਕ, ਉਮਰ ਦੇ ਮੁਤਾਬਕ ਸੇਵਾ ਨੂੰ ਤਰਜੀਹ ਦਿੰਦੇ ਆ ਸੰਗਤ ਅਤੇ ਪ੍ਰੇਮੀ। ਕੋਈ ਕਿਸੇ ਤਰ੍ਹਾਂ ਦਾ ਵਾਧਾ ਘਾਟਾ ਨਹੀਂ ਕੋਈ ਕਰਦਾ। ਇਹ ਬਰਕਤਾਂ ਹੀ ਹੈ, ਪ੍ਰੇਮ ਹੈ, ਮਹਾਰਾਜ ਦੀ ਕਿਰਪਾ ਵਰਤਦੀ ਹੈ। ਸੋ ਐਸੇ ਰਹਿਮਤਾਂ ਬਖਸ਼ਿਸ਼ਾਂ ਭਰੇ ਸਥਾਨ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਨਾਢਾ ਸਾਹਿਬ ਵਿਖੇ ਹਰੇਕ ਪੂਰਨਮਾਸ਼ੀ ਪੁੰਨਿਆਂ ਦਾ ਜੋੜ ਮੇਲਾ ਹੁੰਦਾ। ਬੇਅੰਤ ਸੰਗਤਾਂ ਆਉਂਦੀਆਂ ਨੇ, ਹਰੇਕ ਐਤਵਾਰ ਨੂੰ ਸੰਗਤਾਂ ਆਉਂਦੀਆਂ ਨੇ, ਸੰਗਰਾਂਦ 'ਤੇ ਆਉਂਦੀਆਂ ਨੇ, ਡੇਲੀ ਵਾਲੀ ਬੜੀ ਸੰਗਤ ਹੈ। ਸੋ ਅੱਜ ਪੂਰਨਮਾਸ਼ੀ ਦਾ ਦਿਨ ਹੈ। ਆਓ
आप जी दूरों नेड़ों चल के आए हो, समा कढ़ के आए हो, खर्च करके आए हो, इन्नी हिम्मत करके आए हो। ठंड पैंदी दे विच खाली ना चले जाना। कुछ ना कुछ समा गुरु की संगत विच जरूर लंघाउणा। बाणी पढ़ो, कथा सुनो, कीर्तन सुनो, सेवा करो एकाग्रता दे नाल, ते साध संगत लाहे लैणे है। सबनां नूं जीओ आयां नूं। आओ पावन पवित्र गुरबाणी की लड़ीवार कथा, धन गुरु ग्रंथ साहिब जी की कथा चल रही है। अज का जो पावन शब्द है, ये शब्द गुरु ग्रंथ साहिब जी के पवित्र अंग 171 तो आरंभ होंदा है ते 172 ते जाके संपूर्ण होएगा। सतगुरु जी सानू की उपदेश देंदे समझण लई हाज़री लवाओ। आखो जी सतनाम श्री वाहे गुरु साहिब जी। फिर आखो जी सतनाम श्री वाहे गुरु साहिब जी। गौड़ी पूर्वी महला चौथा। गौड़ी ते राग का नाम है। पूर्वी गौड़ी की किस्म है, गौड़ी राग दी। महला चौथा, महला चौथा तो भाव चौथे पातशाह सतगुरु श्री गुरु रामदास जी महाराज, उन्हां दी रसना तो ये पवित्र पावन इलाही बाणी का शब्द उचारण होया है। हर हर अर्थ शरीर हम बेचिया। श्री गुरु रामदास महाराज कहंदे असी अपना शरीर बेच दिता। कोई घर बार बेचता है, कोई जमीन जायदाद बेच दिंदा है। काहदे लई? अपने घर दे जीआं नूं सुख देण दे लई। कई बथेरे मापे मिलते हैं जी, मैं आ चीज़ बेच के, दुकान बेच के, कंबाइन बेच के, मशीन बेच के अपने पुੱਤ ਨੂੰ ਬਾਹਰ भेजिया, अपनी धी ਦਾ ਵਿਆਹ ਕੀਤਾ, कोठी पा के दित्ती, मैं काम खोल के दिता। बथेरियां गल्लां लोकी करते हैं। दुनियावी चीज़ां वेचते हैं दुनियावी चीज़ां लई। पर गुरु रामदास जी कहंदे असी परमात्मा वाहिगुरु दे लई बेचिया। कुछ की बेचिया? हर हर अर्थ शरीर हम बेचिया। असी ते अपना शरीर गुरु दे लेखे ला दिता भाई। कहते असी ते लकोने आ ना अपने शरीर नूं, हथ नहीं लाउंदे सेवा नूं, डक्का तोड़ के नहीं राजी। बड़े बहुत हो गए हैं, पैसे वाले हो गए हैं, समझते हैं पैसे नाले सब कुछ खरीद लवांगे। पर भाई एक गल याद रखियो, सतगुरु की खुशी थोड़े धन नाल, थोड़े कल्ले पैसे नाल नहीं मिलनी। तुसी जिड्डे मर्जी अमीर बन जाओ, सोने दे भी व्यापारी क्यों ना होवो, या सोना भी क्यों ना लिया के रख दो, तां भी गुरु की खुशी लैण दे लई तुहानूं सेवा करनी पेगी। कोई आखे जी मैं गुरु दे अगे सोना लिया के रख दिता तो गुरु हुण मेरे मुताबिक चलेगा, ये नहीं। गुरु साहब ने बाणी च लिखिया कंचन स्यों पाईया नहीं तोल। सोने दे नाल मुल नहीं मिलता, मन दे राम लिया है मोल। ਉਹਦੇ सामने अपना मन, तीन चीज़ां ने ना, तन मन धन। असी एक चीज़ नाल सारा काम पूरा करना चाहुंदे हां, धन दे नाल। धन तो एक हिस्सा है, मन भी है, तेरा तन भी है। तिन्ने चीज़ां नूं गुरु के लेखे लाउणा पएगा। शरीर दे नाल अपने हत्थीं सेवा करनी बड़ी लाजमी है। तुसी पढ़िया सुनिया होएगा, गुरु गोबिंद सिंह साहब महाराज सच्चे पातशाह एक दिन बैठे सन। बैठे बैठे महाराज ने आवाज़ मारी, बई सिखो पानी चाहिए पीण नूं, जल। जल पीण की इच्छा जाहिर की महाराज ने। वो एक नौजवान लड़का सी, कोई बहुत बड़े सेठ शाहूकार का पुत्र सी, किते आया होया सी संगत विच। उन्हें पानी का
कटोरा भर लिआंदा, गुरु कलगीधर महाराज सच्चे पातशाह के सामने पेश किया। खिमत विच प्यास बड़ी लगी सी महाराज नूं, गर्मी की रुत सी। उहदे हत्थ तो पानी का कटोरा गुरु जी ने फड़िया, पर जदों उहदे हत्थ तो कटोरा फड़न लगे, उहदे हत्थ वेखे ते बड़े कोमल मुलायम हत्थ। गुरु जी ने जल छकण तो पहला उहनूं बच्चे नूं, लड़के नौजवान नूं पुछया, बई कि हे नौजवान की करदा हुंदा तू काम कर, किहदा मुंडा है? उन्हें दस्सिया जी मैं लड़का महाराज जी फलाने शाहूकार दा। काम कार की करदा है? महाराज मैं तो कोई काम नहीं करता जी। कुछ तो करदा होना? महाराज मैं कदे कोई काम नहीं कीता। कोई सेवा करदा होना भाई? महाराज मैं कदे कोई सेवा नहीं की, मैं तो अपने लिए भी कदे उठ के पानी का गिलास नहीं लिया अजे तक। क्यों भाई? महाराज लोड़ ही नहीं पैंदी जी, नौकर चाकर इन्ने हैं कि अगे पिछे तुरे फिरदे, इन्ना पैसा इन्ना धन दौलत है कि माड़ी जी आवाज़ मारा मैं तो हरेक चीज़ मेरे सामने पेश हो जाती है। इसलिए मैं कदे कोई काम नहीं किया, इन्हां हत्थां दे नाल अपने लिए भी नहीं किया, किसी लिए तो की करना भाई। कदे सेवा की गुरु घर? नहीं महाराज। महाराज ने पानी डोल दिता, भाई तेरे हत्थ का पानी नहीं पीना। महाराज ये की कीता? गुरु जी कहंदे जिहड़े हत्थां दे नाल किरत नहीं की जाती, जिहड़े हत्थां दे नाल अपना काम नहीं किया जाता, जिहड़े हत्थां दे नाल किसी दूजे की सेवा नहीं की जाती, जिहड़े हत्थां ने कदे गुरु घर की सेवा नहीं की, वो तो फिर बीमार हत्थ होए ना, कूड़ी होया ना बंदा। एक बीमार हुंदा बहुत ज़्यादा बंदा, वो बीमार इन्ना जद होवे बंदा बैड ते होवे ते वो बंदा तो फिर कहिए भी जी आप नहीं पानी चुक सकता जी, आप नहीं काम कर सकता जी, आप नहीं मेहनत कर सकता जी, क्यों? बीमार है भाई। तू भी बीमार है, उंज तुरया फिरदा है, पर तेरी हालत बीमारां वर्गी है। तू मानसिक रोगी है, धन दा तैनूं माण है, इसलिए बीमार दे हत्थां दे पानी तो परहेज़ करीदा है, तो इसलिए तेरे हत्थ का पानी तो असीं पीना ही नहीं। महाराज ने आख्या। फिर वो बच्चे ने बड़ा इस गल नूं मन्निया, लड़के ने मुआफ़ी मंगी, अगे ਲਈ गुरु कलगीधर महाराज सच्चे पातशाह दे कोल इस गल का वादा किया, यकीन दवाया कि महाराज मैं जरूर अपने हत्थीं किरत करया करांगा, भावें किड्डे अमीर हो जाओ, धनवान हो जाओ, किरत करनी कदे भी ना छड्डो। बहुत पैसा है, कामकार बड़े है, नौकर चाकर है, फिर सेवा कर लो गुरु घर आके। एडे वड्डे तो तुसीं कदे भी नहीं बन सकते कि गुरु घर की सेवा ना कर सको। तुसीं एडे वड्डे तो तुसीं कदे भी नहीं बन सकते। तुहाडे कोल भावें 50 होटल ने, 500 नौकर चाकर भांडे मांजण वाला है, तुहाडे कोल जिड्डी मर्जी हो, पर गुरु घर दे विच भांडे मांजण लई तुसीं हमेशा ही तैयार रहने चाहिए हो। तुसीं कदे भी एडे वड्डे एडे अमीर नहीं कि गुरु नानक दे घर दे भांडे मांजना तुहानूं छोटा काम लगे। बड़े बड़े लोग हैं, बहुत बड़े बड़े दुनिया दे विच लोकी आउंदे आ इत्थे। नाडा साहब दे तां मैं बड़े कौतुक वेखे, बड़े बड़े प्रेमी इत्थे आउंदे आ, बड़े बड़े अफसर, बड़े बड़े लीडर, बड़े बड़े नेता, जिन्हां दे कोल पैसा धन दौलत की कमी नहीं। एक सिंह आउंदा हुंदा, उहदे कोल कई होटल है इत्थे चंडीगढ़, पंचकूला, हिमाचल विच, पर गुरु घर बड़ा सेवा करता है। इत्थे मैं वेखदा हुंदा, इत्थे बाहर बीबी लिफाफे वंडदी हुंदी, वो DC है अपने इत्थे दी, ते वो लिफाफे वंडदी रहिंदी है, कदे कुछ करदी है। तो मैं इत्थे वेखिया श्रोमणी गुरुद्वारा प्रबंधक कमेटी के पहला मैंबर, फिर एग्जैक्टिव मैंबर बने संत गुरप्रीत सिंह रंधावे वाले। उन्होंने इत्थे हरेक ऐतवार नूं आउणा, 2 घंटे जोड़े घर विच बैठना, जोड़े झाड़ के जाना हरेक ऐतवार। कल भी आए सी, जिनी
फिर इत्थे अज भी शायद आए होणगे साडे, बहुत वड्डी बख्शिश है। सैकटरीएट सैकटरी है जिहड़ी मुख मंत्री दे नाल रहना हुंदा, सैकटरी ने सरदार गुरिंदर सिंह सोढी है। उन्हां हरेक पूर्णमाशी ते आउणा ही आउणा, अपने परिवार समेत आउणा। इत्थे कि जां बाहर बैठे होणे जां लंगर दे विच होणे, किते ना किते जणी जिहड़ा मर्जी बंदियां तो काम करवा लो। इन्नी पावर रखण वाले बंदे आके इत्थे नक घसाउंदे आ, इत्थे भांडे मांजदे आ, इत्थे जोड़े झाड़दे आ, इत्थे सेवावां करदे आ। क्यों? क्योंकि जिन्हों समझ आ गई कि बिन सेवा त्रिग हथ पैर होर नेफल करनी। ये मैं तुहानूं कोई छोटे करन लई ये गल नहीं दसी, इस करके दसी है भी ये जिन्हों समझ आ गई भी मैं की हाँ, कुछ भी नहीं हाँ। ਉਹਦੇ ਆ, छोटे आ बड़े आ, बंदियां कोल हरेक बंदा आपो अपनी थां ते काम कर रहा है। गुरु ने सेवा लाई है, भावें असी बड़े तो बड़े अहुदे ते होईए, पर है तां गुरु नानक दे एक निमाणे सेवक ना सिख। किड्डा वड्डा सी भाई मक्खण शाह लुबाणा, कोई छोटा बंदा सी? तुसीं लाओ हिसाब, जिहड़े बंदे दे उस टाइम ते जहाज़ चलते सी, गुरु तेग बहादुर जी जहाज़ आपां कहंदे ना जी, मक्खण शाह दा बेड़ा डुबदा सी, जहाज़ डुबदा सी, वो जहाज़ उहदा ही डुब्बू जी दा होऊगा। अपने वर्गे कोल तां कदे एक लक्कड़ दा की कागज़ दा जहाज़ भी नहीं होना, जिहड़ा निआणे बना के छोटे छोटे पानी 'च छड्डदे हुंदे सी। हुण ते ओह भी सालां बद्धी लंघ गए। ते उन्हां टाइमां 'च बंदे दा दसवंध बनदा सी 500 सोने दी मोहर। समझ गए तुसीं? 1000 रुपये का दसवंध 10वां हिस्सा 100 बनता है, तो 5000 का 500 बनता है। उहदे कोल एक काम चों जे 5000 सोने दियां मोहरां एक काम चों उहनूं बचियां, तो 500 सोने की मोहर गुरु के हिस्से की दसवंध बनता सी। किड्डा वड्डा धनाड़ सी वो बंदा, किड्डा वड्डा सी भाई लखी शाह बनजारा, जिहदा दिल्ली दे विच उन्हां टाइमां 'च गुरु तेग बहादुर जी की शहादत के समय काम सी भी गड्डियां दे उदों समान अजकल की तरह गड्डियां ते है नहीं सी कोई, इधरों उधरों कई सौ गड्डे समान इधरों उधरों चक्कण लई, नौकर चाकर बलद रेहड़ियां उहदियां सन। किड्डा व्यापारी सी, पर तुसीं हैरान नहीं हो जाओगे, एडे एडे व्यापारी, एडे एडे धनवान, एडा वड्डा सेठ मनसुख शाह गुरु नानक देव दे समय उदों दे जहाज़ चलते सन, पर गुरु के चरणों 'च आके हमेशा साध संगत सिजदा करते सन, हमेशा सेवा करते सन, और गुरु के नाम तो हमेशा अपनी जिंद वारते सन। अगर ये जिहड़ी चाली है, अगर तो असी रखते हाँ कायम गुरु की सेवा वाली, तो साध संगत फिर तो सानू भी बख्शिशां रहमतां गुरु दियां हमेशा ही ने, घाटा कदे है ही नहीं किसी चीज़ का। पर अगर असी इस चीज़ तो पिछे हट जाने हाँ, तो फिर जे सेवा नहीं ना, जो मर्जी मंगी चलो कुछ नहीं मिलता। बाणी ने आख्या सेवा थोड़ी मांगण बहुता, महल ना पावै कह तो बहुता। कहंदे सेवा करदा नहीं, काम करदा नहीं, गल्लां करी जांदा है। इस करके गुरु रामदास महाराज जी ने इत्थे बचन किया, कहंदे असी अपना शरीर तां गुरु दे काम ते ला दिता। अपना शरीर असी अपना शरीर लुकोया नहीं, और कीती भी बड़ी वड्डी सेवा। गुरु रामदास दा तुसीं जीवन पढ़िया ही है रिश्ता की सी, जवाई सन गुरु घर दे। गुरु अमरदास महाराज दी पुत्री बीबी भानी विआही हुई सी गुरु रामदास महाराज नाल, गुरु दी धी विआही सी। रिश्ता जवाइयां भाइयां वाला सी। कई बंदे आए भी सन लाहौर तो सोढी, उन्होंने आके गल आखी भी सी, गुरु अमरदास महाराज नूं भी आखी सी, महाराज तुहाडे जवाई है इह रिश्ते विच, तुसीं इन्हां तो भांडे मजाई जाने हो।
ਦੇਖੋ ਇਹ ਬੰਦਾ ਇੱਥੇ ਲੋਕਾਂ ਦੇ ਭਾਂਡੇ ਮਾਂਜਦਾ ਫਿਰਦਾ, ਜੋੜੇ ਝਾੜਦਾ ਫਿਰਦਾ ਹੈ, ਲੰਗਰ ਵਰਤਾਉਂਦਾ ਫਿਰਦਾ ਹੈ, ਪਾਣੀ ਲਿਆਉਂਦਾ ਫਿਰਦਾ ਹੈ। ਮਹਾਰਾਜ ਗੁਰੂ ਜੀ ਕਹਿੰਦੇ ਭਾਈ ਉਹਨੂੰ ਕਹਿ ਦਿਓ, ਸਮਝਾ ਲਓ, ਆਪਣੇ ਨੂੰ ਲੈ ਜਾਓ। ਜਾ ਕੇ ਹੱਥ ਜੋੜ ਕੇ ਉਹਨਾਂ ਲੋਕਾਂ ਨੇ ਭਾਈ ਜੇਠਾ ਗੁਰੂ ਰਾਮਦਾਸ ਮਹਾਰਾਜ ਗੁਰੂ ਨਹੀਂ ਸਨ ਉਦੋਂ, ਆਖਿਆ ਨਾ ਕਿ ਚੱਲ ਜੇਠਿਆ ਇੱਥੋਂ ਚੱਲੀਏ, ਤੂੰ ਤਾਂ ਇੱਥੇ ਭਾਂਡੇ ਮਾਂਜਦਾ। ਉਸ ਵੇਲੇ ਉਹਨਾਂ ਨੇ ਉਹਨਾਂ ਦੇ ਮੂੰਹ 'ਤੇ ਹੱਥ ਰੱਖਿਆ, ਓਏ ਦੁਨੀਆ ਦੇ ਲੋਗੋ, ਤੁਹਾਨੂੰ ਨਹੀਂ ਪਤਾ, ਤੁਸੀਂ ਅਣਜਾਣਪਣੇ ਵਿੱਚ ਇਹ ਗੱਲਾਂ ਕਰਦੇ ਹੋ। ਇਹ ਗੁਰੂ ਘਰ ਦੀ ਸੇਵਾ, ਇੱਥੇ ਜੋੜੇ ਝਾੜਨ ਵਾਲਿਆਂ ਨੂੰ, ਇੱਥੇ ਭਾਂਡੇ ਮਾਂਜਣ ਵਾਲਿਆਂ ਨੂੰ ਗੁਰੂ ਨਾਨਕ ਪਾਤਸ਼ਾਹੀਆਂ ਦਿੰਦਾ। ਪਾਤਸ਼ਾਹੀ ਭਾਵੇਂ ਮੇਰੇ ਮਨ 'ਚ ਕਿਸੇ ਤਰ੍ਹਾਂ ਦਾ ਲਾਲਚ ਨਹੀਂ, ਪਰ ਮੈਨੂੰ ਇਸ ਤੋਂ ਵੱਡੀ ਗੁਰੂ ਘਰ ਦੀ ਸੇਵਾ ਤੋਂ ਵੱਡਾ ਸੁੱਖ ਦੁਨੀਆ 'ਚ ਕਿਤੇ ਨਹੀਂ। ਔਰ ਸਾਧ ਸੰਗਤ ਉਹਨਾਂ ਆਖਿਆ ਹੀ ਹੈ। ਪਰ ਗੁਰੂ ਸਾਹਿਬ ਨੇ ਦੇਖੋ ਫਿਰ ਦਿੱਤੀ ਨਾ ਬਖਸ਼ਿਸ਼ ਐਡੀ ਵੱਡੀ। ਜਦੋਂ ਘਰੋਂ ਨਿਕਲੇ ਸੀ, ਮਾਤਾ ਚੜ੍ਹਾਈ ਕਰ ਗਈ ਸੀ, ਪਿਤਾ ਚੜ੍ਹਾਈ ਕਰ ਗਏ ਸਨ, ਘਰ ਸੁੰਨਾ ਹੋ ਗਿਆ ਸੀ, ਘਰ ਨੂੰ ਦਰਵਾਜ਼ੇ ਲੱਗ ਗਏ, ਜਿੰਦੇ ਲੱਗ ਗਏ, ਰਸੋਈ ਸੁੰਨੀ ਹੋ ਗਈ ਸੀ, ਖਾਣ ਪੀਣ ਦੀ ਚਿੰਤਾ ਹੋ ਗਈ ਸੀ, ਐਸੀ ਹਾਲਤ। ਪਰ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰਿਆਈ ਗੱਦੀ 'ਤੇ ਬਿਠਾਇਆ ਅਤੇ ਸੋਨੇ ਦਾ ਘਰ ਬਖਸ਼ਿਆ ਮਹਾਰਾਜ। ਅੱਜ ਵੀ ਦਰਬਾਰ ਸਾਹਿਬ ਜਾਂਦੇ ਹਾਂ ਨਾ, ਰੋਜ਼ ਰੋਜ਼ ਬਾਣੀ ਉੱਥੇ ਪੜ੍ਹੀ ਜਾਂਦੀ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿੰਨ ਸਵਾਰਿਆ, ਪੂਰੀ ਹੋਈ ਕਰਾਮਾਤ। ਇਹ ਕੋਈ ਕਰਾਮਾਤ ਤੋਂ ਘੱਟ ਸੀ। ਉਹ ਆਪ ਆਪਣੀ ਬਾਣੀ 'ਚ ਲਿਖਦੇ ਆ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ, ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲਿਆ ਚੁੱਕੇ ਸਭ ਸੋਗ ਸੰਤਾਪੇ। ਗੁਰੂ ਪਾਤਸ਼ਾਹ ਜੀ ਕਹਿ ਰਹੇ ਨੇ, ਕਹਿੰਦੇ ਭਾਈ ਇਉਂ ਹੀ ਬਖਸ਼ਿਸ਼ਾਂ ਹੁੰਦੀਆਂ ਨੇ। ਅਸੀਂ ਤਾਂ ਆਪਣਾ ਸਰੀਰ, ਆਪਣੀ ਜਿੰਦ ਲੁਕੋਈ ਨਹੀਂ ਮਹਾਰਾਜ ਦੇ ਘਰੋਂ। ਹਰ ਹਰ ਅਰਥ ਸਰੀਰ ਹਮ ਵੇਚਿਆ, ਹਰੀ ਵਾਹਿਗੁਰੂ ਦੇ ਅਰਥ ਜਾਣੀ ਉਹਦੇ ਕੰਮ 'ਤੇ, ਉਹਦੇ ਰਾਹ 'ਤੇ ਸਰੀਰ ਹਮ ਵੇਚਿਆ। ਅਸੀਂ ਤਾਂ ਸਰੀਰ ਗੁਰੂ ਨੂੰ ਵੇਚ ਦਿੱਤਾ, ਗੁਰੂ ਦੇ ਅੱਗੇ ਵੇਚਤਾ। ਵੇਚੀ ਦਾ ਕੋਈ ਚੀਜ਼ ਉਹਦੇ ਬਦਲੇ ਲਈ ਦੀ ਹੈ। ਕੀ ਲਿਆ? ਨਾਮ ਮੰਗਿਆ ਗੁਰੂ ਤੋਂ, ਨਾਮ ਦਿੱਤਾ ਮੈਨੂੰ ਮੇਰੇ ਗੁਰੂ ਨੇ, ਗੁਰਮੰਤਰ ਦਿੱਤਾ, ਵਾਹਿਗੁਰੂ ਗੁਰਮੰਤਰ ਦਿੱਤਾ। ਪੂਰੇ ਗੁਰ ਕੈ ਅੱਗੇ, ਪੂਰੇ ਗੁਰੂ ਦੇ ਅੱਗੇ, ਪੂਰੇ ਗੁਰੂ ਦੇ ਚਰਨਾਂ ਵਿੱਚ ਅਸੀਂ ਆਪਣਾ ਸਰੀਰ ਰੱਖ ਦਿੱਤਾ, ਅਸੀਂ ਆਪਣੀ ਜਿੰਦ ਨਹੀਂ ਲੁਕੋਈ। ਇਉਂ ਕਹਿ ਰਹੇ ਆ, ਪੂਰੇ ਗੁਰ ਕੈ ਅੱਗੇ ਸਤਿਗੁਰ ਦਾਤਾ ਨਾਮ ਦਿੜਾਇਆ। ਅਤੇ ਪੂਰੇ ਸਤਿਗੁਰੂ ਨੇ, ਮੇਰੇ ਦਾਤੇ ਨੇ, ਮੇਰੇ ਮਾਲਕ ਨੇ ਮੇਰੇ 'ਤੇ ਰਹਿਮਤ ਕੀਤੀ। ਫਿਰ ਕੀ ਹੋਇਆ? ਸਤਿਗੁਰ ਦਾਤਾ ਨਾਮ ਦਿੜਾਇਆ। ਦਾਤੇ ਸਤਿਗੁਰੂ ਨੇ, ਦਾਤਾਂ ਦੇਣ ਵਾਲੇ ਨੇ ਮੈਨੂੰ ਨਾਮ ਦ੍ਰਿੜ ਕਰਵਾ ਦਿੱਤਾ, ਨਾਮ ਦਿੜਾਇਆ, ਦ੍ਰਿੜ ਕਰਾ ਦਿੱਤਾ। ਇੱਕ ਤਾਂ ਉੱਦਾਂ ਹੀ ਗੱਲੀ ਬਾਤੀ ਨਾਮ ਕਰੀ ਜਾਣਾ, ਆਖੇ ਜੀ ਫਲਾਣਾ ਬਾਬਾ ਨਾਮ ਦਿੰਦਾ, ਉੱਥੋਂ ਨਾਮ ਮਿਲਦਾ, ਬਥੇਰਾ ਚੱਲਦਾ ਕੰਮ ਇੱਦਾਂ। ਇਹ ਨਾ ਚੱਲਦਾ ਪਖੰਡ ਦਾ ਧੰਦਾ। ਪਰ ਗੁਰੂ ਨਾਨਕ ਨੇ, ਗੁਰੂ ਰਾਮਦਾਸ ਜੀ ਕਹਿੰਦੇ ਮੈਨੂੰ ਨਾਮ ਦਿੜਾਇਆ, ਮੇਰੇ ਹਿਰਦੇ 'ਚ ਦ੍ਰਿੜ ਕਰ ਦਿੱਤਾ, ਨਾਮ ਚੱਲਣ ਲਾ ਦਿੱਤਾ ਮੇਰੇ ਅੰਦਰ। ਝਰਨਾ ਚੱਲ ਪਿਆ ਨਾਮ ਦਾ, ਇੱਕ ਰਸ ਨਿਰੰਤਰ, ਰੌਂ ਚੱਲ ਪੈਣੀ, ਐਂ ਚੱਲ ਪੈਣਾ ਕਿ ਜੀਭ ਬੰਦ ਹੋ ਜਾਏ, ਮੂੰਹ ਬੰਦ ਹੋ ਜਾਏ, ਅੰਦਰੋਂ ਨਾਮ ਆਪਣੇ ਆਪ ਚੱਲੇ, ਗੂੰਜਾਂ ਪੈ ਜਾਂਦੀਆਂ ਨਾਮ ਦੀਆਂ ਜਦੋਂ ਸ਼ੁਰੂ ਹੁੰਦਾ ਨਾਮ। ਸਤਿਗੁਰੂ ਕਹਿੰਦੇ ਸਤਿਗੁਰ ਦਾਤਾ ਨਾਮ ਦਿੜਾਇਆ, ਮੁੱਖ ਮਸਤਕ ਭਾਗ ਸੁਭਾਗੇ। ਕਹਿੰਦੇ ਨੇ, ਕਹਿੰਦੇ ਫਿਰ ਮੁੱਖ ਮਸਤਕ, ਮੁੱਖੋਂ ਵਾਹਿਗੁਰੂ ਦਾ ਨਾਮ ਜਪੀਦੇ ਆ ਨਾ, ਜਪਦੇ ਆ, ਫਿਰ ਕਹਿੰਦੇ ਆ ਮੱਥੇ ਦੇ ਭਾਗ ਵੀ ਸੁਭਾਗੇ। ਆਮ ਭਾਗ ਨਹੀਂ ਰਹਿ ਜਾਂਦੇ,
ਇਹ ਕਹਿੰਦੇ ਭਾਗ ਵੀ ਸ੍ਰੇਸ਼ਟ ਹੋ ਜਾਂਦੇ ਆ। ਫਿਰ ਜਦੋਂ ਗੁਰੂ ਨਾਮ ਦ੍ਰਿੜ ਕਰਾ ਦਿੰਦਾ ਹੈ ਗੁਰਸਿੱਖ ਦਾ, ਫਿਰ ਆਮ ਤੌਰ 'ਤੇ ਤਾਂ ਲੋਕ ਇਹ ਕਹਿੰਦੇ ਆ ਜੀ ਮੱਥੇ ਦੇ ਭਾਗ ਬਦਲੇ ਨਹੀਂ ਜਾਂਦੇ, ਪਰ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨਾਮ ਜਪਣ ਵਾਲਿਆਂ ਦੇ ਮੱਥੇ ਦੇ ਭਾਗ ਵੀ ਬਦਲ ਜਾਂਦੇ ਆ। ਮਾੜੇ ਤੋਂ ਮਾੜੇ ਲੇਖ ਵੀ ਹੋਣ ਨਾ ਜੀ, ਉਹ ਵੀ ਬਦਲੇ ਜਾਂਦੇ। ਇੱਕ ਮਾਈ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਇਤਿਹਾਸ 'ਚ ਆਉਂਦਾ ਹੈ, 6ਵੇਂ ਪਾਤਸ਼ਾਹ ਦੇ। ਉੱਥੇ ਇੱਕ ਮਾਈ ਆਈ ਮਹਾਰਾਜ ਦੇ ਚਰਨਾਂ 'ਚ, ਅਤੇ ਗੁਰੂ ਜੀ ਦੀ ਸੰਗਤ ਲੱਗੀ ਹੋਈ ਹੈ, ਦੀਵਾਨ ਲੱਗੇ ਦੇ ਵਿੱਚ ਆ ਕੇ ਗੁਰੂ ਜੀ ਨੂੰ ਕਹਿਣ ਲੱਗੀ ਮਹਾਰਾਜ ਕਿਰਪਾ ਕਰੋ। ਮਹਾਰਾਜ ਕਹਿੰਦੇ ਕੀ ਚਾਹੁੰਦੀ ਹੈ ਬੀਬਾ ਮਾਈ? ਕਹਿੰਦੀ ਮੈਂ ਚਾਹੁੰਦੀ ਹਾਂ ਜੀ ਮੇਰੇ ਘਰ ਔਲਾਦ ਹੈ ਨਹੀਂ, ਪੁੱਤ ਮੰਗਦੀ ਹਾਂ। ਇੱਛਾ ਹੁੰਦੀ ਹੈ ਬੰਦਿਆਂ ਦੀ, ਲੋਕਾਂ ਦੀ। ਕਈ ਬੰਦਿਆਂ ਨੂੰ ਇਸ ਗੱਲ ਤੋਂ ਬੜੀ ਦਿੱਕਤ ਹੁੰਦੀ ਹੈ ਵੀ ਕਿਸੇ ਨੇ ਪੁੱਤ ਕਿਉਂ ਮੰਗ ਲਿਆ। ਬਈ ਅਗਲੇ ਦੀ ਮਰਜ਼ੀ, ਕੋਈ ਪੁੱਤ ਮੰਗਦਾ, ਕੋਈ ਧੀ ਮੰਗਦਾ। ਮੰਗਦੇ ਆ ਲੋਕ, ਧੀਆਂ ਵੀ ਮੰਗਦੇ ਆ। ਹਰ ਕਿਸੇ ਦੀ ਆਪਣੀ ਇੱਛਾ ਹੁੰਦੀ ਹੈ। ਇੱਕ ਗੁਰਸਿੱਖ ਮੈਨੂੰ ਮਿਲਿਆ ਸੀ ਸਾਊਥ ਹਾਲ ਇੰਗਲੈਂਡ ਦੇ ਵਿੱਚ। ਉਹ ਆਪਣੇ ਪੁੱਤ ਨੂੰ ਲੈ ਕੇ ਆਇਆ ਸੀ। ਉਹ ਮੈਨੂੰ ਕਹਿਣ ਲੱਗਾ ਜੀ ਅਰਦਾਸ ਕਰੋ ਜੀ ਮੇਰੇ ਪੁੱਤਰ ਦੀ। ਮੈਂ ਕਾਹਦੀ ਅਰਦਾਸ ਕਰਨੀ? ਕਹਿੰਦਾ ਜੀ ਕੇਸਗੜ੍ਹ ਸਾਹਿਬ ਜਾਓਗੇ ਤੁਸੀਂ, ਉੱਥੇ ਅਰਦਾਸ ਕਰੋ ਮੇਰਾ ਪੁੱਤ ਕੌਮ ਲਈ ਸ਼ਹੀਦ ਹੋਵੇ। ਲਓ, ਮੰਗਦਾ ਕੋਈ ਇੱਦਾਂ? ਆਪਣੇ ਪੁੱਤ ਨੂੰ ਛੋਟੇ ਜਿਹੇ ਨੂੰ ਲੈ ਕੇ ਆਇਆ, ਮੈਨੂੰ ਉਹਨੇ ਪੈਸੇ ਦਿੱਤੇ, ਪਤਾ ਨਹੀਂ 5 ਪਾਉਂਡ, ਪਤਾ ਨਹੀਂ 10, ਮੇਰੀ ਯਾਦ ਨਹੀਂ ਉਹ। ਇਹ ਗੁਰਦੁਆਰਾ ਸਾਹਿਬ ਗੋਲਕ 'ਚ ਪਾਇਓ ਤੁਸੀਂ, ਅਤੇ ਤੁਸੀਂ ਕੇਸਗੜ੍ਹ ਸਾਹਿਬ ਅਰਦਾਸ ਕਰਿਓ ਮੇਰੇ ਪੁੱਤ ਦੀ ਕਿ ਇਹ ਮੇਰੀ ਕੌਮ ਦਾ ਸ਼ਹੀਦ ਹੋਵੇ। ਅਤੇ ਤੁਸੀਂ ਰੋਕ ਸਕਦੇ ਉਹਨੂੰ ਵੀ ਇਹ ਕਿਉਂ ਨਾ ਮੰਗੇ ਜੀ? ਕੋਈ ਕੁਛ ਮੰਗਦਾ, ਧੀਆਂ ਵੀ ਮੰਗਦੇ ਆ ਲੋਕ, ਪੁੱਤ ਵੀ ਮੰਗਦੇ ਆ। ਇਹ ਗੱਲ ਤਾਂ ਆਖੀ ਕਿਉਂਕਿ ਕਈ ਲੋਕ ਇਸ ਗੱਲ 'ਤੇ ਕਿੰਤੂ ਪਰੰਤੂ ਬੜਾ ਕਰਦੇ ਜੀ। ਤੁਸੀਂ ਕਿਉਂ ਕਹਿੰਦੇ ਜੀ ਪੁੱਤ ਮੰਗਿਆ, ਧੀਆਂ ਕਿਉਂ ਨਹੀਂ? ਉਹ ਧੀਆਂ ਮੰਗਣ ਵਾਲੇ ਧੀਆਂ ਮੰਗਦੇ ਆ। ਧੀਆਂ ਨੂੰ ਲੋਕ ਪਾਲਦੇ ਆ ਇੰਨੇ ਪਿਆਰ ਨਾਲ, ਤੁਸੀਂ ਉਹਨਾਂ ਪੁੱਤਾਂ ਨੂੰ ਵੀ ਨਹੀਂ ਪਾਲਦੇ। ਇੱਥੇ ਸਾਡੇ ਪੰਚਕੂਲੇ ਦੇ ਬਹੁਤ ਪਿਆਰੇ ਗੁਰਸਿੱਖ ਹੈ, ਉਹਨਾਂ ਨੂੰ ਢਿੱਲੋਂ ਕਹਿੰਦੇ ਅਸੀਂ। 3 ਬੱਚੀਆਂ ਉਹਨਾਂ ਦੇ। ਉਹਨਾਂ ਇੱਕ ਬੱਚੀ ਨੂੰ ਪਾਇਲਟ ਬਣਾਇਆ, ਜਹਾਜ਼ ਚਲਾਉਂਦੀ ਹੈ। ਇੱਕ ਬੇਟੀ ਉਹਨਾਂ ਦੀ ਐਮਾਜੋਨ ਕੰਪਨੀ ਵਿੱਚ ਬਹੁਤ ਵੱਡੇ ਅਹੁਦੇ 'ਤੇ ਆ, ਕਈ ਲੱਖ ਰੁਪਈਆ ਮਹੀਨੇ ਦਾ ਲੈਂਦੀ ਆ। ਇੱਕ ਬੇਟੀ ਉਹਨਾਂ ਪੜ੍ਹਨਾ ਸੀ, ਉਹ ਬਾਹਰ ਅਮਰੀਕਾ ਭੇਜਣੀ ਸੀ। ਇੱਕ ਘਰ ਕਹਿੰਦੇ ਮੈਂ ਵੇਚ ਦੇਣਾ ਆਪਣਾ, ਪਰ ਆਪਣੀ ਬੇਟੀ ਨੂੰ ਪੜ੍ਹਾਉਣਾ। ਜਾਣੀ ਕਿੰਨਾ ਪਿਆਰ ਲੋਕ ਕਰਦੇ ਧੀਆਂ ਨੂੰ। ਐਵੇਂ ਵਿਤਕਰੇ ਨਾ ਪਾਇਆ ਕਰੋ ਕਿ ਧੀਆਂ ਨੂੰ ਗੁਰਸਿੱਖੀ 'ਚ ਕੋਈ ਥਾਂ ਨਹੀਂ ਜਾਂ ਪਿਆਰ ਨਹੀਂ। ਗੁਰੂ ਕੇ ਸਿੱਖ, ਗੁਰੂ ਸਾਹਿਬ ਨੇ ਬਥੇਰਾ ਸਤਿਕਾਰ ਪਿਆਰ ਦਿੱਤਾ ਹੈ। ਪਰ ਹਾਂ, ਕਿਸੇ ਦੀ ਇੱਛਾ ਕੋਈ ਪੁੱਤ ਮੰਗ ਲਵੇ, ਕੋਈ ਧੀ ਮੰਗ ਲਵੇ, ਉਹਦੇ ਵਿੱਚ ਸਾਨੂੰ ਕਿੰਤੂ ਪਰੰਤੂ ਕਰਨ ਦਾ ਕੋਈ ਅਧਿਕਾਰ ਨਹੀਂ। ਤੁਸੀਂ ਕੌਣ ਹੁੰਦੇ ਹੋ? ਅਗਲੇ ਨੂੰ ਪੁੱਤ ਚਾਹੀਦਾ ਅਤੇ ਤੁਸੀਂ ਧੱਕੇ ਨਾਲ ਧੀ ਦੇਣ ਵਾਲੇ ਹੋ। ਅਗਲੇ ਨੂੰ ਧੀ ਚਾਹੀਦੀ ਅਤੇ ਤੁਸੀਂ ਧੱਕੇ ਨਾਲ ਪੁੱਤ ਦਿਓਗੇ। ਇਹ ਗੁਰੂ ਦਾ ਅਤੇ ਸਿੱਖ ਦਾ ਮਸਲਾ ਹੈ। ਗੁਰੂ ਜਾਣੇ ਅਤੇ ਸਿੱਖ ਜਾਣੇ, ਸਾਡੇ ਕੋਲ ਅਧਿਕਾਰ ਨਹੀਂ ਹੈ। ਉਹ ਬੀਬੀ ਨੇ ਆ ਕੇ ਪੁੱਤ ਮੰਗਿਆ ਜੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਜਾ ਕੇ ਬੇਨਤੀ ਕੀਤੀ, ਮਹਾਰਾਜ ਮੇਰੇ ਘਰ ਮੈਨੂੰ ਪੁੱਤ ਚਾਹੀਦਾ। ਸੰਗਤ ਵਿੱਚ ਗੁਰੂ ਹਰਗੋਬਿੰਦ ਸਾਹਿਬ ਨੇ ਬਚਨ ਕੀਤਾ, ਕਹਿੰਦੇ ਬੀਬਾ ਗੱਲ ਇਹ ਹੈ, ਤੇਰੇ 'ਤੇ ਲੇਖਾਂ ਦੇ ਵਿੱਚ ਮੱਥੇ ਦੇ ਉੱਤੇ ਜਿਹੜੇ ਲੇਖ ਹੈ ਉਹਨਾਂ 'ਚ ਤੇਰੇ ਕਿਸਮਤ ਮੁਕੱਦਰ ਕਹਿੰਦੇ ਜੀ ਇਹਨੂੰ ਪੁੱਤ ਹੈ ਹੀ ਨਹੀਂ, ਔਲਾਦ ਹੈ ਨਹੀਂ। ਕਿੱਥੋਂ ਦੇਵਾਂ? ਹੈ ਨਹੀਂ ਲਿਖਿਆ। ਵਿਚਾਰੀ ਚੁੱਪ ਕਰ ਗਈ। ਹੁਣ ਹੋਰ ਕੀ ਕਰੇ? ਐਡੇ ਵੱਡੇ ਸਤਿਗੁਰੂ ਦੇ ਕੋਲੋਂ ਗੱਲ ਸਿੱਧੀ ਸਪਸ਼ਟ ਹੋ ਜਾਵੇ ਵੀ ਲੇਖਾਂ 'ਚ ਹੈ ਨਹੀਂ, ਅਤੇ ਇਹਦਾ ਮਤਲਬ ਸੱਚੀ ਨਹੀਂ ਹੈਗੀ। ਵਾਪਸ ਆ ਗਈ, ਸੰਗਤ ਦੇ ਵਿੱਚ ਪਿੱਛੇ ਬੈਠ ਗਈ। ਦੀਵਾਨ ਦੀ ਸਮਾਪਤੀ ਹੋ ਗਈ। ਬੜੀ ਪਰੇਸ਼ਾਨ ਜੀ ਹੈ, ਚਿਹਰੇ 'ਤੇ ਖੁਸ਼ੀ ਨਹੀਂ ਹੈ। ਕਿਉਂ? ਪਹਿਲਾਂ ਮਾੜੀ ਮੋਟੀ ਆਸ ਸੀ ਵੀ ਗੁਰੂ ਘਰ ਜਾਊਂਗੀ ਕੁਝ ਮਿਲ ਜੂ, ਇੱਥੋਂ ਵੀ ਜਵਾਬ ਮਿਲ ਗਿਆ, ਹੁਣ ਤਾਂ ਕਿਤੋਂ ਵੀ ਨਹੀਂ ਮਿਲਣਾ ਕੁਛ।
ਜਿਹੜਾ ਗੁਰੂ ਘਰੋਂ ਖਾਲੀ ਚਲ ਗਿਆ ਉਹਨੂੰ ਦੁਨੀਆ 'ਤੇ ਕਿਤੋਂ ਨਹੀਂ ਝੋਲੀ ਭਰਨੀ ਹੈ, ਯਾਦ ਰੱਖ ਲਿਓ। ਜਿਹਨੂੰ ਇੱਥੋਂ ਕੁਝ ਨਹੀਂ ਨਾ ਮਿਲਿਆ ਉਹ ਖਾਲੀ ਹੋ ਜਾਊਗਾ ਸਾਧ ਸੰਗਤ, ਅਤੇ ਜਿਹਨੇ ਲੈਣਾ ਇੱਥੋਂ ਹੀ ਸਭ ਕੁਝ ਮਿਲ ਜੂਗਾ, ਯਾਦ ਰੱਖ ਲਿਓ। ਦੁਨੀਆ 'ਚ ਝੋਲੀ ਖਾਲੀ ਲੈ ਆਇਓ, ਬਾਬਾ ਨਾਨਕ ਝੋਲੀਆਂ ਭਰਦਾ ਹੀ ਪਤਾ। ਤੁਹਾਡਾ ਭਾਂਡਾ ਸਾਫ਼ ਹੋਣਾ ਚਾਹੀਦਾ। ਉਹ ਮਾਈ ਬੜੀ ਉਦਾਸ ਜੀ ਹੋਈ ਵਿਚਾਰੀ। ਭਾਈ ਗੁਰਦਾਸ ਸਾਹਿਬ ਗੁਰੂ ਘਰ ਦੇ ਬਹੁਤ ਵੱਡੇ ਵਿਦਵਾਨ ਗਿਆਨੀ ਤਤਵੇਤੇ ਹੋਏ ਆ। ਉਹਨਾਂ ਦੀ ਬਾਣੀ ਨੂੰ ਗੁਰੂ ਅਰਜਨ ਦੇਵ ਮਹਾਰਾਜ ਨੇ ਗੁਰਬਾਣੀ ਦੀ ਕੁੰਜੀ ਹੋਣ ਦਾ ਬਚਨ ਕੀਤਾ ਸੀ, ਜਾਣੀ ਗੁਰਬਾਣੀ ਦੇ ਅਰਥ ਖੋਲ੍ਹਦੀ ਹੈ। ਉਸ ਮਾਈ ਦੀ ਇੱਦਾਂ ਦੀ ਦਸ਼ਾ ਵੇਖ ਕੇ, ਉਦਾਸ ਜੀ ਵੇਖ ਕੇ ਕੋਲ ਚਲੇ ਗਏ। ਪੁੱਛਣ ਲੱਗੇ ਉਸ ਮਾਤਾ ਨੂੰ ਕਿ ਬੀਬਾ ਜੀ ਕਿਉਂ ਉਦਾਸ ਬੈਠੇ ਹੋ? ਉਹਨੇ ਵਿਚਾਰੀ ਨੇ ਆਪਣੇ ਦਿਲ ਦਾ ਹਾਲ ਸੁਣਾਇਆ ਵੀ ਮੈਨੂੰ ਤਾਂ ਜਵਾਬ ਮਿਲ ਗਿਆ ਗੁਰੂ ਘਰੋਂ। ਮੈਨੂੰ ਮਹਾਰਾਜ ਨੇ ਆਖਿਆ ਕਿ ਤੇਰੇ ਲੇਖਾਂ 'ਚ ਹੈ ਨਹੀਂ ਔਲਾਦ ਦਾ, ਸੁੱਖ ਪੁੱਤ ਦਾ। ਇਸ ਕਰਕੇ ਮੈਂ ਪਛਤਾ ਰਹੀ ਹਾਂ, ਰੋ ਰਹੀ ਹਾਂ, ਦੁਖੀ ਹਾਂ ਵੀ ਹੁਣ ਮੇਰਾ ਕੀ ਬਣੂਗਾ। ਮੈਂ ਤਾਂ ਬਸ, ਭਾਈ ਗੁਰਦਾਸ ਜੀ ਨੇ ਉਹਨੂੰ ਆਖਿਆ ਮਾਈ ਰੋਣ 'ਤੇ ਟਾਈਮ ਖਰਾਬ ਨਾ ਕਰ। ਗੁਰੂ ਨਾਨਕ ਦੇ ਘਰ ਪਛਤਾਵੇ ਨੂੰ ਕੋਈ ਥਾਂ ਨਹੀਂ ਹੈ। ਉੱਦਮ ਕਰ। ਮੈਂ ਕੀ ਉੱਦਮ ਕਰ ਸਕਦੀ ਹਾਂ? ਉਹਨਾਂ ਜੁਗਤੀ ਦੱਸੀ। ਕਹਿੰਦੇ ਜੁਗਤੀ ਨਾਲ ਮੁਕਤੀ ਹੁੰਦੀ ਹੈ। ਇੱਕ ਤਰੀਕਾ ਦੱਸਿਆ, ਆਹ ਤਰੀਕਾ ਅਪਣਾ ਲੈ, ਤੈਨੂੰ ਪੁੱਤ ਮਿਲੂਗਾ। ਉਹਨੇ ਉਹੀ ਤਰੀਕਾ ਅਪਣਾਇਆ ਔਰ ਉਹ ਘਰ ਪੁੱਤ ਹੋਇਆ ਵੀ। ਤਰੀਕਾ ਕੀ ਸੀ? ਭਾਈ ਗੁਰਦਾਸ ਜੀ ਨੇ ਜਿਹੜਾ ਦੱਸਿਆ, ਉਹ ਗੁਰੂ ਹਰਗੋਬਿੰਦ ਸਾਹਿਬ ਸ਼ਾਮਾਂ ਦੇ ਟਾਈਮ ਸਿੱਖਾਂ ਦੇ ਨਾਲ ਘੋੜਸਵਾਰੀ ਨੂੰ ਜਾਇਆ ਕਰਦੇ, ਜੰਗਲ ਨੂੰ, ਸ਼ਿਕਾਰ ਸ਼ਕੂਰ 'ਤੇ। ਘੋੜੇ 'ਤੇ ਮਹਾਰਾਜ ਚੜ੍ਹੇ, ਉਹ ਮਾਈ ਪਹੁੰਚ ਗਈ ਅੱਗੇ। ਮਹਾਰਾਜ ਨੇ ਪਛਾਣ ਲਿਆ, ਉਹਨੇ ਜਾ ਕੇ ਮੱਥਾ ਟੇਕਿਆ। ਮਹਾਰਾਜ ਕਹਿੰਦੇ ਮਾਈ ਕਿਵੇਂ ਆਈ? ਮਹਾਰਾਜ ਉਹੀ ਸਵਾਲ ਲੈ ਕੇ ਆਈਆਂ। ਕੀ? ਪੁੱਤ ਮੰਗਦੀ ਹਾਂ ਮਹਾਰਾਜ। ਮਾਈ ਤੈਨੂੰ ਆਖਿਆ ਤਾਂ ਸੀ, ਤੇਰੇ ਲੇਖਾਂ 'ਚ ਲਿਖਿਆ ਨਹੀਂ ਹੈ। ਤੈਨੂੰ ਸਵੇਰੇ ਆਖਿਆ ਸੀ। ਕਹਿੰਦੀ ਮੈਂ ਮੰਨ ਗਈ। ਨਹੀਂ ਲਿਖਿਆ? ਚੰਗਾ, ਫਿਰ ਨਹੀਂ ਲਿਖਿਆ ਤੇ ਹੁਣ ਲਿਖ ਦਿਓ। ਫਿਰ ਕਾਗਜ਼, ਭਾਈ ਗੁਰਦਾਸ ਜੀ ਨੇ ਦੱਸਿਆ ਸੀ, ਕਾਗਜ਼ ਅਤੇ ਕਲਮ ਲੈ ਕੇ ਜਾਈ ਨਾਲ। ਮਹਾਰਾਜ ਦੇ ਅੱਗੇ ਕਾਗਜ਼ ਕਰ ਦਿੱਤਾ, ਕਲਮ ਕਰ ਦਿੱਤੀ। ਮਹਾਰਾਜ ਲਿਖਣ ਵਾਲੇ ਤਾਂ ਤੁਸੀਂ ਹੈ ਨਾ, ਉੱਥੇ ਨਹੀਂ ਲਿਖਿਆ ਤੇ ਇੱਥੇ ਲਿਖ ਦਿਓ। ਆ ਲਓ ਫੜੋ, ਲਿਖੋ। ਇੰਨੇ ਖੁਸ਼ ਹੋਏ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ। ਕਲਮ ਫੜ ਕੇ ਕਹਿੰਦੇ ਲੈ ਮਾਈ 7 ਪੁੱਤ ਹੋਣਗੇ। ਬੋਲੋ ਸਤਿਨਾਮ ਸ਼੍ਰੀ ਵਾਹਿਗੁਰੂ। ਤੇ ਹੋਏ ਸਾਧ ਸੰਗਤ। ਮੁੱਖ ਮਸਤਕ ਭਾਗ ਸਪਾਕੇ। ਗੁਰੂ ਮਹਾਰਾਜ ਕਹਿ ਰਹੇ ਆ, ਗੁਰੂ ਰਾਮਦਾਸ ਕਹਿੰਦੇ ਸਤਿਗੁਰ ਦਾਤਾ ਨਾਮ ਦਿੜਾਇਆ। ਜਿਨ੍ਹਾਂ ਨੂੰ ਗੁਰੂ ਨਾਮ ਦੀ ਦਾਤ ਦੇ ਦਏ, ਉਹ ਸਾਧ ਸੰਗਤ ਉਹਨਾਂ ਦੇ ਮੁੱਖ ਮਸਤਕ ਭਾਗ ਸੁਭਾਗੇ। ਉਹਨਾਂ ਦੇ ਮੂੰਹ ਮੱਥੇ ਦੇ ਜਿਹੜੇ ਭਾਗ ਹੈ ਨਾ, ਮੰਦੇ ਵੀ ਹੋਣ ਉਹ ਵੀ ਬਦਲ ਜਾਂਦੇ ਆ, ਚੰਗੇ ਹੋ ਜਾਂਦੇ ਆ। ਗੁਰੂ ਗੋਬਿੰਦ ਸਿੰਘ ਸਾਹਿਬ ਕੋਲ ਇੱਕ ਕਿਸੇ ਮੌਲਵੀ ਨੇ ਸ਼ੰਕਾ ਜ਼ਾਹਰ ਕੀਤਾ ਸੀ। ਕਹਿੰਦਾ ਜੀ ਇਹ ਮੱਥੇ ਟੇਕਦੇ ਆ ਲੋਕੀ, ਤੁਹਾਨੂੰ ਇਹਦਾ ਕੀ ਫਾਇਦਾ? ਗੁਰੂ ਕਲਗੀਧਰ ਮਹਾਰਾਜ ਨੇ ਆਖਿਆ, ਕਹਿੰਦੇ ਭਾਈ ਇਹ ਨਮਸਕਾਰ ਕਰਨ ਨਾਲ ਗੁਰੂ ਘਰ ਦੇ ਵਿੱਚ ਕਰ ਡੰਡੌਤ ਪੁੰਨ ਵੱਡਾ ਹੈ, ਕਰ ਸਾਧੂ ਅੰਜਲੀ ਪੁੰਨ ਵੱਡਾ ਹੈ। ਇਹ ਵੱਡੇ ਪੁੰਨ ਹੈ। ਕਿਸੇ ਦੇ ਭਾਗ ਮਾੜੇ ਮੋਟੇ ਮਾੜੇ ਵੀ ਹੋਣ ਨਾ, ਗੁਰੂ ਘਰ ਸੀਸ ਨਵਾਇਆ, ਸੰਗਤ ਦੀ ਧੂੜ ਮੱਥੇ ਨੂੰ ਲਾਇਆ, ਉਹ ਭਾਗਾਂ ਦਾ ਅੱਖਰ ਸਿੱਧਾ ਹੋ ਜਾਂਦਾ। ਉਦਾਹਰਨ ਲਈ ਮਹਾਰਾਜ ਨੇ ਮੋਹਰ ਲਾ ਦਿੱਤੀ ਸੀ ਉਹਦੇ ਬੈਠੇ ਦੇ। ਪਹਿਲਾਂ ਉਹਨੂੰ ਕਹਿੰਦੇ ਲੈ ਮੋਹਰ 'ਤੇ ਅੱਖਰ ਲਿਖੇ ਜਿਹੜੇ ਪੜ੍ਹ ਕੇ ਦਿਖਾ। ਕਹਿੰਦਾ ਜੀ ਇਹ ਤਾਂ ਪੜ੍ਹੇ ਨਹੀਂ ਜਾਂਦੇ। ਫਿਰ ਕਾਗਜ਼ 'ਤੇ ਲਾਈ ਮਹਾਰਾਜ ਨੇ, ਫਿਰ ਉਹਨੇ ਝਟਪਟ ਪੜ੍ਹ ਦਿੱਤਾ। ਕਹਿੰਦੇ ਉਹੀ ਮੱਥੇ ਦੇ ਲੇਖ ਪੁੱਠੇ ਵੀ ਹੋਣ, ਜਿਵੇਂ ਕਾਗਜ਼ 'ਤੇ ਲੱਗ ਕੇ ਅੱਖਰ ਸਿੱਧੇ ਹੋ ਗਏ ਨਾ, ਗੁਰੂ ਚਰਨਾਂ ਨਾਲ ਜੁੜਿਆ ਮਸਤਕ ਦੇ ਜਿਹੜੇ ਕੋਈ ਟੇਢੇ ਵਿੰਗੇ ਲੇਖ ਵੀ ਹੁੰਦੇ ਨਾ, ਉਹ ਵੀ ਸਿੱਧੇ ਹੋ ਜਾਂਦੇ। ਉਹ ਕੰਮ ਜਿਹੜੇ ਅਸੰਭਵ ਹੈ,
ਜਿਹੜੇ ਬੰਦਾ ਸੋਚਦਾ ਵੀ ਹੋਏ ਨਹੀਂ ਸਕਦੇ। ਇੱਕ ਗੱਲ ਯਾਦ ਰੱਖਿਓ, ਗੁਰੂ ਦੀ ਡਿਕਸ਼ਨਰੀ ਵਿੱਚ ਇੰਪੋਸੀਬਲ ਸ਼ਬਦ ਹੈ ਨਹੀਂ। ਇਹ ਸ਼ਬਦ ਗੁਰੂ ਘਰ 'ਚ ਹੈ ਹੀ ਨਹੀਂ ਵੀ ਇਹ ਨਹੀਂ ਹੋ ਸਕਦਾ। ਬਸ ਇਹ ਗੱਲ ਯਾਦ ਰੱਖਿਓ। ਧਰਤੀ ਤੇ ਅਸਮਾਨ ਚੜਾਵੈ, ਚੜੇ ਸਮਾਨ ਕਰਾਵੈ। ਉਹ ਤੇ ਗੂੰਗਿਆਂ ਤੋਂ ਗੀਤਾ ਦੇ ਅਰਥ ਕਰਾ ਦਿੰਦਾ ਹੈ, ਅਨਪੜ੍ਹਾਂ ਨੂੰ ਪੜ੍ਹੇ ਲਿਖੇ ਬਣਾ ਦਿੰਦਾ ਹੈ, ਤੇ ਪੜ੍ਹੇ ਲਿਖੇ ਬੁੱਤ ਬਣ ਕੇ ਖੜੇ ਰਹਿੰਦੇ ਆ, ਜਵਾਬ ਨਹੀਂ ਆਉਂਦਾ। ਇਹ ਗੁਰੂ ਦੀ ਤਾਕਤ ਹੈ ਸਾਧ ਸੰਗਤ। ਇਹ ਮੱਥੇ ਦੇ ਲੇਖ ਸੱਚੀ ਬਦਲਦੇ ਆ। ਇਹੋ ਜਿਹੇ ਬੜੇ ਬੇਅੰਤ ਤੁਹਾਨੂੰ ਇੱਥੇ ਨਾਢਾ ਸਾਹਿਬ ਬੰਦੇ ਮਿਲ ਜਾਣਗੇ। ਇਹ ਸਾਡੇ ਹੁਣ ਮੈਨੇਜਰ ਸਾਹਿਬ ਹੈ ਸਰਦਾਰ ਭਗਵੰਤ ਸਿੰਘ, ਉਹ ਚਲੇ ਗਏ ਪਟਿਆਲੇ। ਉਹ ਦੱਸਦੇ ਸਨ ਇੱਕ ਦਿਨ, ਕਹਿੰਦੇ ਸਾਡੇ ਕੋਲ ਇੱਥੇ ਇੱਕ ਬੰਦਾ ਆਇਆ, ਇੱਥੇ ਦਫ਼ਤਰ ਵਿੱਚ ਤੁਸੀਂ ਚਲੇ ਜਾਓ, ਸਾਡੇ ਸਿੰਘ ਹੈ ਸਰਦਾਰ ਦਵਿੰਦਰ ਸਿੰਘ ਜੌਲਾ, ਉਹਨਾਂ ਨੂੰ ਜਾ ਕੇ ਪੁੱਛਿਓ, ਉਹਨਾਂ ਨੂੰ ਉਹ ਦੱਸ ਦੇਣਗੇ, ਉਹ ਜਾਣਦੇ ਇਹਨਾਂ ਸਾਰੀਆਂ ਚੀਜ਼ਾਂ ਨੂੰ। ਉਹ ਦੱਸਦੇ ਸੀ ਵੀ ਸਾਡੇ ਕੋਲ ਇੱਕ ਬੰਦਾ ਆਇਆ, ਉਹਨੇ ਆਖਿਆ ਜੀ ਕਿ ਮੈਨੇਜਰ ਸਾਹਿਬ, ਮੈਂ ਨਾਢਾ ਸਾਹਿਬ ਕਈ ਵਾਰੀ ਪੈਦਲ ਆਉਂਦਾ ਸੀ ਅਤੇ ਕਈ ਵਾਰ ਪੈਸੇ ਨਾ ਹੋਣੇ ਜੇਬ 'ਚ, ਪੈਦਲ ਆ ਜਾਣਾ, ਅਤੇ ਕਦੇ ਕਦੇ ਪੈਸੇ ਮਿਲ ਜਾਣੇ, ਬੱਸ ਚੜ੍ਹ ਕੇ ਆਉਣਾ। ਸੁਣਨ ਵਾਲੀ ਗੱਲ ਹੈ। ਗਰੀਬੀ ਨਾਲ ਬੜੇ ਜੂਝੇ ਆ, ਬੜਾ ਔਖਾ ਸੀ ਘਰ ਦਾ ਗੁਜ਼ਾਰਾ। ਫਿਰ ਉਹਨੇ ਜਿਹੜੀ ਅਗਲੀ ਗੱਲ ਆਖੀ, ਤੁਸੀਂ ਹੈਰਾਨ ਰਹਿ ਜਾਓਗੇ। ਕਹਿੰਦਾ ਜੀ ਅੱਜ ਮਾਲਕ ਨੇ ਮੈਨੂੰ ਉਹ ਕੁਛ ਦਿੱਤਾ ਹੈ। ਉਹ ਬੰਦੇ ਦਾ ਮੈਂ ਤੁਹਾਨੂੰ ਦੱਸਿਆ ਵੀ ਜੇ ਐਡਰੈਸ ਲੈਣਾ ਹੋਵੇ ਦਫ਼ਤਰ ਚਲੇ ਜਾਓ, ਦੇ ਦੇਣਗੇ ਬੰਦੇ ਸਾਡੇ। ਇਹ ਨਾ ਸਮਝਿਓ ਵੀ ਕਿਤੇ ਉੱਦਾਂ ਹੀ ਗੱਲ ਕਰ ਰਿਹਾ। ਉਹਨੇ ਬੰਦੇ ਨੇ ਆਖਿਆ ਅੱਜ ਗੁਰੂ ਸਾਹਿਬ ਨੇ ਇੰਨੀ ਕਿਰਪਾ ਕੀਤੀ ਹੈ, ਜਿਹੜਾ ਕਦੇ ਬੱਸ 'ਚ ਕਿਰਾਇਆ ਲਾਉਣ ਦੀ ਮੇਰੇ ਕੋਲ ਪੈਸੇ ਨਹੀਂ ਸੀ ਹੁੰਦੇ, ਪੈਦਲ ਆਉਣਾ ਕਈ ਵਾਰੀ ਆਉਂਦਾ ਜ਼ਰੂਰ ਸੀ। ਉਹ ਨਾਢਾ ਸਾਹਿਬ ਲਗਾਤਾਰ 2-3 ਸਾਲ ਪਹਿਲੇ ਟਾਈਮਾਂ 'ਚ ਆਉਂਦਾ ਰਿਹਾ, ਸੇਵਾ ਕਰਦਾ ਰਿਹਾ। ਅੱਜ ਇੰਨਾ ਕੁਝ ਦਿੱਤਾ। ਕਹਿੰਦਾ ਮੈਨੂੰ ਜੇ ਮੌਕਾ ਲੱਗ ਜਾਏ, ਕਦੇ ਇਸ ਤਰ੍ਹਾਂ ਦੀ ਗੱਲ ਬਣ ਜਾਏ, ਜਿੰਨਾ ਨਾਢਾ ਸਾਹਿਬ ਦੀ ਜਗ੍ਹਾ ਹੈ ਨਾ, ਜ਼ਮੀਨ ਹੈ, ਇੰਨੀ ਜ਼ਮੀਨ 'ਚ ਜਿੰਨੇ ਹੈਲੀਕਾਪਟਰ ਖੜਨਗੇ ਸਾਰੇ ਲਾ ਸਕਦਾ ਮੈਂ ਇੱਥੇ। ਇੰਨਾ ਮੇਰੇ ਕੋਲ ਧਨ ਦੌਲਤ ਹੈ, ਜਿਹੜੀ ਸਾਰੀ ਤੁਹਾਡੀ ਪਾਰਕਿੰਗ ਹੈ, ਉਹ ਉੱਪਰਾਂ ਤੱਕ ਕਿੱਡੀ ਸਾਡੀ ਪਾਰਕਿੰਗ ਹੈ, ਇੰਨੀ ਤੇ ਮੈਂ ਹੈਲੀਕਾਪਟਰ ਖੜੇ ਕਰ ਸਕਦਾ, ਐਡਾ ਕੁਝ ਹੈ ਮਹਾਰਾਜ ਨੇ ਦਿੱਤਾ। ਅਤੇ ਉਹ ਬੰਦਾ, ਜਿਹੜਾ ਬੰਦਾ ਕਹਿੰਦਾ ਸੀ ਬੱਸ 'ਤੇ ਲਾਉਣ ਨੂੰ ਕਿਰਾਇਆ ਨਹੀਂ ਸੀ ਮੇਰੇ ਕੋਲ, ਇਹ ਤਾਂ ਫਿਰ ਗੱਲ ਮਹਾਰਾਜ ਨੇ ਬਾਣੀ 'ਚ ਲਿਖੀ ਨਾ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਬਈ ਭਾਗ ਇਹ ਕੋਈ ਉੱਦਾਂ ਹੀ ਗੱਲਾਂ ਨਹੀਂ ਲਿਖਤੀ ਰੂਪ ਵਿੱਚ ਹਨ ਵੀ ਇਹ ਤਾਂ ਜੀ ਭਾਗ ਬਦਲਦਾ ਜੀ, ਅਤੇ ਸੋਚੀ ਜਾਓ ਜੀ ਪਤਾ ਨਹੀਂ ਕਿਸੇ ਦੇ ਬਦਲਦਾ ਹੋਊਗਾ। ਨਹੀਂ, ਬਦਲਦਾ ਹੈ। ਅੱਜ ਵੀ ਬੜੇ ਲੋਕ ਨੇ ਜਿਨ੍ਹਾਂ ਦੇ ਭਾਗ ਬਦਲ ਕੇ ਉਹਨੇ ਸਾਧ ਸੰਗਤ ਬੜੀਆਂ ਵੱਡੀਆਂ ਦੁਨਿਆਵੀ ਤੌਰ 'ਤੇ ਬਖਸ਼ਿਸ਼ਾਂ ਕੀਤੀਆਂ। ਜਿੱਥੇ ਦੁਨਿਆਵੀ ਤੌਰ 'ਤੇ ਬਖਸ਼ਿਸ਼ਾਂ ਕਰਦਾ, ਉੱਥੇ ਕੁਝ ਅੰਦਰੂਨੀ ਬਖਸ਼ਿਸ਼ਾਂ ਵੀ ਹੈ। ਜਿਹੜੇ ਲੋਕ ਅੰਦਰੋਂ ਬਖਸ਼ਿਸ਼ਾਂ ਲੈਂਦੇ ਆ ਮਹਾਰਾਜ ਦੇ ਕੋਲੋਂ, ਅੰਦਰ ਦੇ ਅਹੁਦੇ ਮਿਲਦੇ ਆ, ਜਿਨ੍ਹਾਂ ਨੂੰ ਅੰਦਰ ਦੀਆਂ ਫੀਤੀਆਂ ਰੋਜ਼ ਅਵਸਥਾ ਵੱਧਦੀ ਜਾਂਦੀ ਹੈ ਭਾਈ, ਜਿਹੜੇ ਆਤਮਿਕ ਤੌਰ 'ਤੇ ਬਿਲਕੁਲ ਕੰਗਾਲ ਸਨ, ਉਹ ਲੋਕਾਂ ਦੇ ਮਸਤਕ ਦੇ ਭਾਗ ਬਦਲ ਕੇ ਗੁਰੂ ਜੀ ਨੇ ਸ੍ਰੇਸ਼ਟ ਭਾਗਾਂ ਵਾਲੇ ਬਣਾ ਦਿੱਤਾ, ਔਰ ਉਹਨਾਂ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਕਰ ਦਿੱਤੀਆਂ। ਇਹ ਕਦੋਂ ਹੁੰਦਾ ਹੈ? ਸਤਿਗੁਰ ਦਾਤਾ ਨਾਮ ਦਿੜਾਇਆ। ਪੂਰਾ ਗੁਰੂ ਜਦੋਂ ਨਾਮ ਦੀ ਦਾਤ ਦੇ ਦੇ, ਸੇਵਕ ਨਾਮ ਵਿੱਚ ਲੱਗ ਜਾਏ, ਸੇਵਾ ਵਿੱਚ ਲੱਗ ਜਾਏ, ਹਰ ਅਰਥ ਸਰੀਰ ਹਮ ਵੇਚਿਆ। ਪੂਰੇ ਗੁਰ ਕਹਿ ਆ ਕੇ ਜਦੋਂ ਆਪਣਾ ਸਰੀਰ ਆਪਣੇ ਗੁਰੂ ਦੇ ਅੱਗੇ ਰੱਖ ਦਈਏ ਵੀ ਤੇਰਾ ਹੀ ਹੈ, ਮੇਰਾ ਕੁਛ ਨਹੀਂ ਹੈ, ਇਹ ਤੇਰਾ ਹੀ ਹੈ, ਅਤੇ ਫਿਰ ਗੁਰੂ ਮੁਰਦਿਆਂ 'ਚ ਵੀ ਜਾਨ ਪਾ ਦਿੰਦਾ ਸਾਧ ਸੰਗਤ। ਇੱਕ ਇਤਿਹਾਸ 'ਚ ਸਾਖੀ ਆਉਂਦੀ ਹੈ, ਮਾਲਵੇ 'ਚ ਲੁਧਿਆਣੇ ਦੇ ਕੋਲ ਇੱਕ ਪਿੰਡ ਪੈਂਦਾ ਨਥਾਣਾ। ਨਥਾਣੇ ਪਿੰਡ ਗੁਰੂ ਹਰਗੋਬਿੰਦ ਸਾਹਿਬ ਗਏ ਸਨ। ਉੱਥੇ ਦਾ ਇੱਕ ਚੌਧਰੀ ਸੀ, ਉਹਦਾ ਨਾਂ ਸੀ ਚੌਧਰੀ ਫਤੂਹੀ। ਉਹ ਸਾਧ ਸੰਗਤ ਜੀ ਬਾਜ ਉਹਦਾ ਸੀ ਇੱਕ, ਉਹਦੇ ਬਾਜ ਨੇ ਇੱਕ ਰੇਸ਼ਮ ਦੀ ਡੋਰ ਗਲ 'ਚ ਫਸਾ ਲਈ, ਅਤੇ ਬਾਜ ਸੀ ਜਿਹੜਾ ਅੱਖਾਂ ਮੀਟ ਗਿਆ, ਸਾਹ ਬੰਦ ਕਰ ਗਿਆ।
ਗੁਰੂ ਸਾਹਿਬ ਉਹਦੇ ਪਿੰਡ ਵਿੱਚ ਉਦੋਂ ਠਹਿਰੇ ਹੋਏ ਸੀ। ਉਹਦੇ ਮਨ, ਉਹਨੂੰ ਪਤਾ ਸੀ ਮਹਾਰਾਜ ਨੂੰ ਬਾਜ ਬੜੇ ਪਸੰਦ ਹੈ, ਅਤੇ ਗੁਰੂ ਜੀ ਨੇ ਉਹ ਬਾਜ ਇੱਕ ਵਾਰੀ ਉਹਨੂੰ ਕਿਹਾ ਵੀ ਸੀ ਵੀ ਇਹ ਬਾਜ ਬੜਾ ਸੋਹਣਾ ਹੈ, ਸਾਨੂੰ ਦੇ ਦੇਈ ਬਈ ਇਹ। ਉਦੋਂ ਨੇ ਦਿੱਤਾ ਨਹੀਂ ਸੀ। ਅਤੇ ਇਸ ਤਰੀਕੇ ਉਹਦੇ ਯਾਦ ਆ ਗਈ ਵੀ ਤਾਂ ਮਹਾਰਾਜ ਨੂੰ ਦੇਣਾ ਸੀ। ਉਹਨੇ ਜੀ ਉਹ ਬਾਜ ਜੀ ਦਾ ਸਾਹ ਬੰਦ ਹੋ ਗਿਆ, ਥੱਲੇ ਡਿੱਗਿਆ, ਅੱਖਾਂ ਚੜ੍ਹ ਗਿਆ। ਉਹਨੂੰ ਚੁੱਕਿਆ, ਮੁਰਦਾ ਬਾਜ ਨੂੰ ਗੁਰੂ ਸਾਹਿਬ ਕੋਲ ਲੈ ਗਿਆ, ਗੁਰੂ ਹਰਗੋਬਿੰਦ ਸਾਹਿਬ ਦੇ ਅੱਗੇ ਰੱਖਤਾ। ਲਓ ਜੀ ਤੁਹਾਨੂੰ ਭੇਟਾ ਕੀਤਾ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਪਹਿਲਾਂ ਹੱਸ ਪਏ, ਕਹਿੰਦੇ ਜਦੋਂ ਮੰਗਿਆ ਸੀ ਉਦੋਂ ਦਿੱਤਾ ਨਹੀਂ, ਹੁਣ ਕਾਹਤੋਂ ਲਿਆਇਆ? ਕਹਿੰਦਾ ਜੀ ਗਲਤੀ ਹੋ ਗਈ, ਪਰ ਤੁਹਾਨੂੰ ਦਿੱਤਾ। ਮਹਾਰਾਜ ਨੇ ਇੱਦਾਂ ਹੱਥ 'ਤੇ ਚੁੱਕਿਆ, ਪਿੱਠ 'ਤੇ ਹੱਥ ਮਾਰਿਆ, ਕਹਿੰਦੇ ਚੱਲ ਓਏ। ਜਿਵੇਂ ਨਿਕਲਿਆ, ਜਿਹੜੀ ਉਹਨੇ ਰੇਸ਼ਮ ਦੀ ਇੱਕ ਡੋਰੀ ਜੀ ਖਾ ਲਈ ਸੀ, ਅੰਦਰ ਲੰਘਾ ਲਈ ਸੀ ਗਲੇ 'ਚ, ਜਿਵੇਂ ਨਿਕਲੀ ਉੱਦਾਂ ਹੀ ਉਗਲਦੇ ਐ ਨਾਲੇ ਮਾਰਿਆ ਥੋੜ੍ਹਾ ਜਿਹਾ ਹੱਥ, ਉਹਨੇ ਮਾਰੀ ਵਗਾ ਕੇ ਬਾਹਰ। ਉਹਦਾ ਸਾਹ ਜਾਂ ਜਿਹੜਾ ਰੁਕਿਆ ਸੀ ਉਹਦੀ ਨਾਲ ਦੀ ਨਾਲ ਜਿੰਦਾ ਹੋ ਗਿਆ। ਬੋਲੋ ਸਤਿਨਾਮ ਸ਼੍ਰੀ ਵਾਹਿਗੁਰੂ। ਅਤੇ ਬਾਅਦ 'ਚ ਕਿੰਨਾ ਸਮਾਂ ਗੁਰੂ ਹਰਗੋਬਿੰਦ ਸਾਹਿਬ ਕੋਲੋਂ ਬਾਜ ਰਿਹਾ, ਅਤੇ ਕਿੰਨੀ ਥਾਈਂ ਗੁਰੂ ਸਾਹਿਬ ਉਹਨੂੰ ਸ਼ਿਕਾਰਾਂ 'ਤੇ ਲਿਜਾਂਦੇ ਰਹੇ। ਸਤਿਗੁਰੂ, ਗੁਰੂ ਦੇ ਘਰ ਕਿਸੇ ਚੀਜ਼ ਦਾ ਘਾਟਾ ਨਹੀਂ। ਗੁਰੂ ਦੇ ਵਿੱਚ ਐਸੀ ਤਾਕਤ ਹੈ, ਮੁਰਦਿਆਂ ਨੂੰ ਜਿੰਦਾ ਕਰਨ ਦੀ ਸਮਰੱਥਾ ਰੱਖਦਾ। ਇੱਦਾਂ ਦੀਆਂ ਕਈ ਉਦਾਹਰਨਾਂ ਮੈਂ ਤੁਹਾਨੂੰ ਦੇ ਸਕਦਾ, ਪਰ ਤੁਹਾਡੇ, ਕਿਉਂਕਿ ਤੁਹਾਡਾ ਮਿਹਦਾ ਨਹੀਂ ਹੈ ਇੱਦਾਂ ਦਾ, ਪਚਾ ਨਹੀਂ ਸਕਦੇ ਤੁਸੀਂ ਇੱਦਾਂ ਦੀਆਂ ਗੱਲਾਂ। ਤੁਹਾਨੂੰ ਲੱਗੂਗਾ ਵੀ ਇਹ ਕਿਵੇਂ ਹੋ ਜਾਊ। ਇੱਕ ਸੰਗਰੂਰ ਜ਼ਿਲ੍ਹੇ 'ਚ ਪਿੰਡ ਪੈਂਦਾ ਹੁਣ ਵੀ, ਲਾੜ ਵੰਜਾਰਾ ਉਹਦਾ ਨਾਮ ਹੈ, ਵੱਡਾ ਲਾੜ ਵੰਜਾਰਾ ਕਹਿੰਦੇ ਉਹਨੂੰ। ਉੱਥੇ ਹੈਡ ਗ੍ਰੰਥੀ ਸੀ ਗੁਰੂ ਘਰ ਦਾ, ਬਹੁਤ ਵੱਡਾ ਗੁਰੂ ਘਰ, ਕਈ ਕਰੋੜ ਰੁਪਈਆ ਲਾ ਕੇ ਉੱਥੋਂ ਦੇ ਨੌਜਵਾਨਾਂ ਨੇ ਗੁਰੂ ਘਰ ਬਣਾਇਆ, ਬੜਾ ਸ਼ਾਨਦਾਰ। ਉੱਥੋਂ ਦੇ ਜਿਹੜੇ ਗ੍ਰੰਥੀ ਸਿੰਘ ਸੀ, ਬੜੇ ਬਜ਼ੁਰਗ, ਉਹਨਾਂ ਨੇ ਮੈਨੂੰ ਆਪ ਦੱਸੀ ਸੀ ਗੱਲ। ਜਿਸ ਵੇਲੇ ਮੈਨੂੰ ਦੱਸੀ ਉਦੋਂ ਉਹਨਾਂ ਦੀ ਬੇਟੀ ਦਾ ਵਿਆਹ ਹੋਣ ਵਾਲਾ ਸੀ। ਉਹ ਬੇਟੀ ਦੀ ਗੱਲ ਦੱਸੀ, ਕਹਿੰਦਾ ਵੀ ਗਿਆਨੀ ਜੀ ਜਦੋਂ ਇਹ ਹੋਈ ਸੀ ਨਾ, ਉਹ ਧੀ ਦੀ ਗੱਲ, ਹੁਣ ਵੀ ਉਹ ਬਜ਼ੁਰਗ ਔਰ ਉਹ ਪਿੰਡ ਦਾ ਮੈਂ ਤੁਹਾਨੂੰ ਟਿਕਾਣਾ ਦੱਸਿਆ, ਤੁਸੀਂ ਉੱਥੋਂ ਐਡਰੈਸ ਲੈ ਕੇ ਅਤੇ ਉਹਨਾਂ ਦਾ ਪੁੱਛ ਸਕਦੇ ਗੱਲ ਜਾ ਕੇ। ਉਹ ਬਜ਼ੁਰਗ ਨੇ ਦੱਸੀ ਵੀ ਇਹ ਜਿਹੜੀ ਦਾ ਵਿਆਹ ਹੈ ਲੜਕੀ ਦਾ, ਉਹ ਪਿੰਡ ਵਾਲਿਆਂ ਨੇ ਕੀਤਾ, ਬਹੁਤ ਸ਼ਾਨਦਾਰ ਵਿਆਹ ਕੀਤਾ। ਅਤੇ ਇਹ ਲੜਕੀ ਜਦੋਂ ਹੋਈ ਸੀ, ਕਹਿੰਦੇ ਜੀ ਇਹ ਲੜਕੀ ਦੀ ਮੌਤ ਹੋ ਗਈ, ਹਸਪਤਾਲ 'ਚ ਮਰ ਗਈ। ਉਹਨੇ ਆਪ ਦੱਸੀ ਬਜ਼ੁਰਗ ਨੇ। ਉਹ ਬਾਹਰ ਸੀ ਕਿਤੇ ਉਸ ਸਮੇਂ, ਹੋਰ ਸਾਈਡ 'ਤੇ ਆਪਣਾ ਠੰਡ ਠੁੰਡ ਹਿਮਾਚਲ ਹਿਮੂਚਲ 'ਚ ਸੀ ਕਿਤੇ। ਕਹਿੰਦੇ ਵੀ ਬੜੇ ਪਰੇਸ਼ਾਨ ਹੋਏ ਅਸੀਂ ਵੀ ਕੀ ਕੀਤਾ ਜਾਵੇ। ਡਾਕਟਰਾਂ ਨੇ ਜਵਾਬ ਦੇ ਦਿੱਤਾ, ਕਹਿੰਦਾ ਮੈਨੂੰ ਕੋਈ ਸੁੱਝੀ ਨਹੀਂ, ਮੈਂ ਮੋਹ ਹੁੰਦਾ ਮਾਪਿਆਂ ਨੂੰ ਆਪਣੇ ਬੱਚਿਆਂ ਦਾ ਕਈ ਵਾਰ। ਕਹਿੰਦਾ ਮੈਂ ਉੱਦਾਂ ਹੀ ਛੋਟੀ ਬੱਚੀ ਨੂੰ ਚੁੱਕ ਕੇ ਨਾ, ਉਹਨੂੰ ਜਨਮੀਓ ਸੀ, ਜਾ ਕੇ ਗੁਰਦੁਆਰੇ ਗਿਆ, ਗੁਰਦੁਆਰੇ ਸੁਖਾਸਣ ਕਰ ਦਿੱਤਾ ਸੀ ਮਹਾਰਾਜ ਦਾ। ਮੈਂ ਕਮਰੇ 'ਚ ਚਲਾ ਗਿਆ ਜਿੱਥੇ ਸੱਚਖੰਡ ਵਾਲਾ ਸੀ। ਕਹਿੰਦਾ ਮੈਂ ਆਪਣੀ ਬੱਚੀ ਨੂੰ, ਮਰੀ ਹੋਈ ਨੂੰ ਅੰਦਰ ਰੱਖਦਾ ਮੈਂ, ਅਤੇ ਬਾਹਰ ਮੈਂ ਥੰਮਲੇ ਨਾਲ ਇੱਦਾਂ ਬੈਠ ਗਿਆ ਅਤੇ ਰੋਈ ਜਾਵਾਂ ਮਹਾਰਾਜ ਅੱਗੇ, ਮਹਾਰਾਜ ਤੂੰ ਇੱਕ ਸਾਨੂੰ ਇਹ ਧੀ ਦਿੱਤੀ ਸੀ ਬੜੇ ਟਾਈਮ ਬਾਅਦ, ਅਤੇ ਇਹ ਤੂੰ ਲੈ ਲਈ ਹੈ, ਹੁਣ ਜੇ ਲਈ ਹੈ ਲੈ ਤੂੰ ਹੀ ਰੱਖ ਲੈ ਫਿਰ ਇਹਨੂੰ। ਮੈਂ ਪਤਾ ਨਹੀਂ ਕੀ ਕੁਛ ਬੋਲੀ ਗਿਆ, ਦੁਖੀ ਸੀ ਸਾਰੀ ਰਾਤ। ਕਹਿੰਦਾ ਮੈਂ ਇੱਦਾਂ ਹੀ ਬੈਠਾ ਰਿਹਾ। ਸਵੇਰੇ 4-5 ਵਜੇ ਕਹਿੰਦਾ ਜਦੋਂ ਗ੍ਰੰਥੀ ਜੀ ਨੇ ਆਉਣਾ ਸੀ, ਉਦੋਂ ਪਹਿਲਾਂ ਬੱਚੀ ਨੇ ਕਲਕਾਰੀ ਮਾਰੀ, ਮੁੜ ਜਿੰਦਾ ਹੋ ਗਈ ਉਹ ਬੱਚੀ। ਅਤੇ ਉਹ ਬੱਚੀ ਉਹਨੇ ਮੈਨੂੰ, ਮਤਲਬ ਉਹਨੇ ਦੱਸਿਆ ਵੀ ਆਹ ਇਹਦਾ ਵਿਆਹ ਹੈ। ਤੁਹਾਨੂੰ ਮੈਂ ਐਡਰੈਸ ਦਿੱਤਾ ਹੈ ਵੀ ਸੰਗਰੂਰ ਜ਼ਿਲ੍ਹੇ 'ਚ ਪਿੰਡ ਪੈਂਦਾ ਵੱਡਾ ਲਾੜ ਵੰਜਾਰਾ। ਉੱਥੇ ਇੱਕੋ ਹੀ ਵੱਡਾ ਗੁਰਦੁਆਰਾ ਮੇਨ, ਜਿਹੜਾ ਉਂਝ ਤਾਂ 2 ਹੈ, ਆਪਣੇ ਇਹ ਆਦਤ ਬਣੀ ਹੋਈ ਹੈ ਸਾਡੇ ਪਿੰਡਾਂ। ਉੱਥੇ ਪੁੱਛ ਲਿਓ ਜਾ ਕੇ ਵੀ ਤੁਹਾਡੇ ਬਜ਼ੁਰਗ ਜਿਹੜੇ ਗ੍ਰੰਥੀ ਸੀ ਉਹਨਾਂ ਨਾਲ ਗੱਲ ਕਰਾ ਦਿਓ, ਅਤੇ ਉਹ ਬੇਟੀ ਅੱਜ ਵੀ ਜਿੰਦਾ ਹੈ, ਤੁਹਾਨੂੰ ਮਿਲ ਸਕਦੀ ਹੈ। ਅਤੇ ਗੁਰੂ ਦੇ ਵਿੱਚ ਘਰ ਕਾਹਦਾ ਘੱਟ ਹੈ ਜੀ। ਸਾਡੀ ਜਿੰਨੀ ਕੁ ਸਾਡੀ ਗੁਰੂ ਦੇ ਨਾਲ ਪਿਆਰ ਹੈ, ਜਾਂ ਜਿੰਨੀ ਕੁ ਸਾਡੀ ਗੁਰੂ 'ਤੇ ਸ਼ਰਧਾ ਹੈ, ਅਸੀਂ ਗੁਰੂ ਨੂੰ ਮੱਥਾ ਤੇ ਇਉਂ ਟੇਕਦੇ ਹਾਂ ਵੀ ਪਤਾ ਨਹੀਂ ਸੁਣਦਾ ਵੀ ਹੈ ਜਾਂ ਨਹੀਂ। ਗੁਰੂ ਨੂੰ ਅਸੀਂ ਸਮਝਦੇ ਤਾਂ ਆਏ ਹਾਂ ਵੀ ਕਰਨਾ ਤਾਂ ਸਾਰਾ ਕੁਝ ਮੈਂ ਹੀ ਹੈ, ਮੇਰਾ ਕੀਤਾ ਹੀ ਹੈ। ਆਕੜ ਚੌਧਰ 'ਤੇ ਅਸੀਂ ਆਪਣੀ ਨਹੀਂ ਛੱਡਦੇ ਹਾਂ ਜੀ, ਆਪਣਾ ਆਪਾ ਨਹੀਂ ਛੱਡਦੇ। ਸਾਡੀ ਹਾਲਤ ਤਾਂ ਉਹ ਹੈ
जिवें भाई गुरदास ने बड़ियां उदाहरणां दित्तियां, कहंदे रतन मणि गल बंद रह कि कीम न जाना, गुज्जर गोरस बेच के खल सूड़ी जाना, कड़छी सौ न संभलै भोजन रस खाना, नाभ कथूरी मिर्ग फिरदा है राणा। इन्नियां उदाहरणां दित्तियां ने। कहंदे बांदर दे गल च मणी पा दो, बांदर नूं कोई पता नहीं हुंदा इहदी की कीमत है। गुज्जर गावां मੱਝਾਂ रखदा है, दुध लोकां नूं पिलाउंदा ते आप पैसे लैके खल सूड़ी लिया के मੱਝਾਂ नूं पाउंदा, दुध दी घुੱਟ छिट नहीं पींदा। कड़छी सारा दिन भोजनां 'च फिरदी है, पर कदे उहनूं टेस्ट दा नहीं पता कि किहड़ी सलोणी चीज़ बनी है, किहड़ी मिठी बनी है। मिर्ग दे नाभी दे विच कस्तूरा किस्म हुंदी है, एक मिर्ग दी उहदी नाभी दे विच कस्तूरी पैदा हुंदी है, पर कदे उहनूं समझ नहीं छेती पैंदी, भटकदा फिरदा भी सुगंधी कित्थों आउंदी है। बाणी च लिखिआ है गुरु साहब ने, ज्यों कस्तूरी मिर्ग ना जाणै भ्रम दा भ्रम भुलाया। इउं ही साध संगत जी साडी भी हालत है। साडे घरे साडे सामने साडा बाबा बैठा है और ये बचन गुरु गोबिंद सिंह महाराज ने आख्या कि आज्ञा भई अकाल की तबै चलायो, पंथ सब सिखन को हुक्म है गुरु मान्यो, ग्रंथ गुरु ग्रंथ जी मान्यो प्रगट गुरां की दे। ते इत्थे भी प्रगट बैठा है, हाज़र नाज़र बैठा है। जिवें गुरु नानक गुरु गोबिंद सिंह दे कोल जाके असी संतुष्टि अपनी कराउंदे सां, उन्हां दे चरनां ते बहिंदे सां, इउं गुरु ग्रंथ साहब महाराज सच्चे पातशाह हाज़र नाज़र बैठे है। प्रगट गुरां की दे, जो प्रभु को मिलवोच है खोज शब्द मैले। इत्थों खोज लवे, लभ लवे, इत्थे सारा कुछ मिलदा। इस लई समझो महाराज कहंदे मुख मस्तक भाग सुभागे। मुख दे मत्थे दे जिहड़े भाग है ना जी, कोई माड़ा मोटा बिंगा टेढ़ा भी होवे ते साध संगत गुरु दी संगत दे नाल, गुरु दी सेवा दे नाल, गुरु ते शरधा दे नाल, गुरु दे प्रेम दे नाल वो चंगे हो जाते। साध संगत औखे तो औखे, बिखड़े तो बिखड़े दा मेरा गुरु अपने सिखां नूं लंघा दिंदा है। गुरु पातशाह कहंदे राम गुरमत हर लिव लागे। राम परमात्मा वाहिगुरु दी जिहड़ी लिव है ना, ये गुरमत गुरु दी मत लैके लागे लग जाती है। जदों गुरु दी मत लवांगे तो वाहिगुरु दी नाम दी लिव तुहाडे अंदर लग जाएगी। साध संगत कमी नहीं किसी चीज़ की। रहाओ विश्राम दे के समझाउंदे, घट घट रमैया रमत राम राय। वाहिगुरु अकाल पुरख हरेक घट घट जर्रे जर्रे विच रमिया होया वस रहा। वो राम राय, राम रमिया होया राय, राजा स्वरूप प्रकाश रूप। गुर शब्द गुरु लिव लागे। गुरु दे शब्द दे राही, गुरबाणी दे राही उस परमात्मा गुरु दे नाल लिव लगदी है। गुरबाणी दे राही ही परमात्मा नाल लिव लगेगी, उहदे नेड़े लग सकदे हो तुसीं, सुरत उहदे नाल जुड़ेगी। हम मन तन देवां काट गुरु कौ। गुरु जी तो कहंदे मैं तो अपना मन भी अपना तन भी कट के अपने गुरु नूं देण नूं तैयार हाँ। तन मन काट काट सब अर्पी, बिच अग्नि आप जलाई। सब कुछ देण नूं तैयार हाँ। कट्टना भी पै जे, टोटा टोटे होए नहीं गुरु के सिख। टोटे टोटे हो गए, रंबियां नाल खोपड़ ला दिते, आरियां दे थल्ले चीरे गए, बंद बंद कटाए गए भाई मनी सिंह साहब वर्गियां। ये बाणी दे अर्थां नूं सिद्ध कर दिता। हौं मन तन देवों काट गुरु को। मेरा मन भी कट के दुनियावी पदार्थां वल्लों खिंच के गुरु दे अगे अर्पण करदा। मेरा भ्रम भाओ गुरबचनी भागे। गुरु दे बचनां नूं, गुरु दे हुक्मां नूं सुन के मन के मेरा भरम 5 प्रकार दा, भाव 7 प्रकार दा जिहड़ा भी है, भेद भरम, करतत भरम, पुन संग भरम, विकार, ब्रह्म मित्र जग सत है, पंचो भरम संसार। यह पै अर परलोक पै, जन्म वेदना जात, अन रख्या गुप्त पै, अक्ष मात्र पै सात। गुरबचनी पै, गुरबचनी भागे। गुरु दे बचनां नाल ये भागे भज गए ने। भै भी ते डर भी ते भरम भी नस जाते हैं।
ਅੰਧਿਆਰਾ ਦੀਪਕ ਆਨ ਜਲਾਏ। ਹਨੇਰੇ ਵਿੱਚ ਜਿਵੇਂ ਕਿੰਨੇ ਸਾਲਾਂ ਦਾ ਹਨੇਰਾ ਹੋਵੇ, ਪਰ ਜਦੋਂ ਉੱਥੇ ਦੀਵਾ ਬਾਲ ਦਈਏ ਨਾ ਜੀ, 1 ਮਿੰਟ 'ਚ ਹਨੇਰਾ ਦੂਰ ਹੋ ਜਾਂਦਾ। ਅੰਧਿਆਰਾ ਦੀਪਕ ਆਨ ਜਲਾਏ, ਗੁਰ ਗਿਆਨ ਗੁਰੂ ਲਿਵ ਲਾਗੇ। ਕਹਿੰਦੇ ਹਨੇਰੇ ਦੇ ਵਿੱਚ ਸਾਧ ਸੰਗਤ ਜਿਵੇਂ ਦੀਵਾ ਜਲਾਈਏ ਤੇ ਚਾਨਣ ਹੋ ਜਾਂਦਾ ਹੈ, ਇਉਂ ਹੀ ਗੁਰੂ ਦਾ ਗਿਆਨ ਜਦੋਂ ਹਿਰਦੇ 'ਚ ਵਸਾਈਏ ਨਾ, ਤੇ ਫਿਰ ਗੁਰੂ ਨਾਲ, ਗੁਰੂ ਦੇ ਸ਼ਬਦ ਦੇ ਨਾਲ ਲਿਵ ਲੱਗ ਜਾਂਦੀ ਸਾਧ ਸੰਗਤ ਜੀ। ਭਾਵੇਂ ਜਨਮਾਂ ਜਨਮਾਂਤਾਂ ਦੇ ਟੁੱਟੇ ਹੋਈਏ, ਇਹ ਗੱਲ ਮੈਨੇ ਨਹੀਂ ਰਖਾਉਂਦੀ ਕਿੰਨੇ ਸਾਲ ਦਾ ਟੁੱਟਿਆ ਸੀ। ਮਹਾਰਾਜ ਕਹਿੰਦੇ ਜਿਵੇਂ ਦੀਵਾ ਬਾਲਣ ਨਾਲ ਦੀਵਾ ਵળੈ, ਅੰਧੇਰਾ ਜਾਏ ਹਨੇਰਾ ਚਲਾ ਜਾਂਦਾ, ਇਉਂ ਹੀ ਗੁਰ ਸ਼ਬਦ ਦੇ ਨਾਲ ਸਾਧ ਸੰਗਤ ਬੰਦੇ ਦੀ ਅਗਿਆਨਤਾ ਟੁੱਟ ਜਾਂਦੀ ਹੈ। ਇਉਂ ਗੁਰੂ ਪਾਤਸ਼ਾਹ ਜੀ ਸਮਝਾ ਰਹੇ ਆ। ਅਗਿਆਨ ਅੰਧੇਰਾ ਬਿਨਸ ਬਿਨਾਸਿਓ। ਅਗਿਆਨ ਅੰਧੇਰਾ, ਅਗਿਆਨਤਾ ਦਾ ਹਨੇਰਾ ਨਾ ਜਿਹੜਾ, ਮਹਾਰਾਜ ਕਹਿੰਦੇ ਨਾਸ਼ ਹੋ ਜਾਂਦਾ। ਘਰ ਵਸਤ ਲਹੀ ਮਨ ਜਾਗੇ। ਮਨ ਜਾਗ ਗਿਆ, ਜਿਹੜੀ ਆਪਣੀ ਵਸਤੂ ਹੈ, ਨਾਮ ਵਸਤੂ ਪ੍ਰਮਾਤਮਾ ਹਰਸੋ ਹੀਰਾ ਜਿਹੜਾ, ਉਹ ਹਿਰਦੇ ਰੂਪੀ ਘਰ ਵਿੱਚ ਪ੍ਰਾਪਤ ਹੋ ਜਾਂਦਾ ਹੈ। ਉਹਦਾ ਪਤਾ ਲੱਗ ਜਾਂਦਾ ਹੈ, ਮਨ ਜਾਗ ਜਾਂਦਾ ਹੈ। ਸਾਕਤ ਬਦਕ ਮਾਇਆ ਧਾਰੀ। ਪਰ ਦੂਜੇ ਪਾਸੇ ਜਿਹੜੇ ਸਾਕਤ ਰੱਬ ਤੋਂ ਟੁੱਟੇ ਹੈ, ਬਦਕ ਸ਼ਿਕਾਰੀਆਂ ਵਾਲਾ ਜੀਵਨ ਜਿਉਂਦੇ ਆ, ਜਿਹੜੀ ਸ਼ਿਕਾਰ 'ਤੇ ਚੜ੍ਹੇ ਰਹਿੰਦੇ ਆ, ਕਦੇ ਉਹਨੂੰ ਲੁੱਟ ਲਿਆ ਕਦੇ ਉਹਨੂੰ। ਕੌਣ? ਮਾਇਆ ਧਾਰੀ, ਜਿਹੜੇ ਮਾਇਆ ਦੇ ਪਿੱਛੇ ਤੁਰੇ ਫਿਰਦੇ। 3 ਜਮ ਜੋ ਹਨ ਲਾਗੇ, ਉਹਨਾਂ ਨੂੰ ਮਹਾਰਾਜ ਕਹਿੰਦੇ ਜਮ ਦੇਖਦੇ ਆ। ਇਕੱਲੇ ਇਕੱਲੇ ਦਿਨ ਦੀ ਗੱਲ ਉਹਨੇ ਕਰਨੀ ਕਿ ਉਸ ਦਿਨ ਤੂੰ ਕੀ ਕੀਤਾ ਸੀ ਬਈ। ਪਰਮਾਤਮਾ ਨੇ ਪੁੱਛਣਾ ਉਸ ਇੱਕ ਇੱਕ ਗੱਲ ਨੂੰ। ਯਮਦੂਤ ਇਕੱਲੀ ਇਕੱਲੀ ਗੱਲ ਦਾ ਪਹਿਰਾ ਦਿੰਦੇ ਔਰ ਕਹਿੰਦੇ ਆ ਕਿ ਇਹਨੇ ਆਹ ਕੀਤਾ ਜੀ, ਆਹ ਕੀਤਾ। ਲੱਖ ਮੁੱਕਰ ਜਾਈਏ ਪਰ ਮੁੱਕਰ ਨਾ ਪਾਵਾਂਗੇ। ਉਹਨੂੰ ਸਤਿਗੁਰ ਆਗੈ ਸੀਸ ਨਾ ਵੇਚਿਆ। ਗੁਰੂ ਮਹਾਰਾਜ ਕਹਿੰਦੇ ਜਿਹੜੇ ਆਪਣੇ ਸੀਸ ਨੂੰ ਆਪਣੇ ਗੁਰੂ ਦੇ ਅੱਗੇ ਵੇਚ ਨਹੀਂ ਸਕਦੇ, ਜਿਹੜੇ ਆਪਣੀ ਮੱਤ ਨੂੰ ਗੁਰੂ ਨੂੰ ਅਰਪਣ ਨਹੀਂ ਕਰਦੇ, ਜਿਹੜੇ ਆਪਣੇ ਅਹੰਕਾਰ ਨੂੰ ਗੁਰੂ ਦੇ ਅੱਗੇ ਨਹੀਂ ਰੱਖਦੇ, ਤੇ ਫਿਰ ਕੀ ਹੁੰਦਾ? ਓਏ ਆਵਹਿ ਜਾਹੇ ਅਭਾਗੇ। ਮਹਾਰਾਜ ਕਹਿੰਦੇ ਉਹ ਤਾਂ ਫਿਰ ਆਉਂਦੇ ਜਾਂਦੇ ਜੰਮਦੇ ਮਰਦੇ ਰਹਿੰਦੇ ਆ। ਅਭਾਗੇ ਮਾੜੇ ਭਾਗਾਂ ਵਾਲੇ ਆ ਭਾਈ, ਕਿਸਮਤ ਮਾੜੀ ਉਹਨਾਂ ਲੋਕਾਂ ਦੀ, ਕਿਉਂਕਿ ਗੁਰੂ ਦੇ ਅੱਗੇ ਆਪਣਾ ਸੀਸ ਸਿਰ ਮੱਤ ਅਹੰਕਾਰ ਰੱਖ ਨਹੀਂ ਨਾ ਸਕੇ। ਹਮਰਾ ਬਿਨੋ ਸੁਨੋ ਪ੍ਰਭ ਠਾਕੁਰ। ਹੇ ਮੇਰੇ ਪ੍ਰਭੂ, ਹੇ ਮੇਰੇ ਠਾਕੁਰ, ਸਾਡੀ ਬੇਨਤੀ ਸੁਣੋ ਮਹਾਰਾਜ। ਹਮ ਸ਼ਰਨ ਪ੍ਰਭੂ ਹਰ ਮੰਗੇ। ਹੈ ਮਹਾਰਾਜ, ਅਸੀਂ ਪ੍ਰਭੂ ਦੀ ਸ਼ਰਨ ਮੰਗਦੇ ਹਾਂ, ਵਾਹਿਗੁਰੂ ਦੀ, ਬਸ ਹੋਰ ਕੁਝ ਨਹੀਂ ਮੰਗਦੇ ਅਸੀਂ। ਜਨ ਨਾਨਕ ਕੀ ਲੱਜ ਪਾਤ ਗੁਰੂ ਹੈ। ਗੁਰੂ ਮਹਾਰਾਜ ਕਹਿੰਦੇ ਸਾਡੀ ਲੱਜ, ਸਾਡੀ ਪੱਤ, ਸਾਡੀ ਇੱਜ਼ਤ ਗੁਰੂ ਹੀ ਹੈ। ਸਿਰ ਵੇਚੋ ਸਤਿਗੁਰ ਅੱਗੇ। ਅਸੀਂ ਆਪਣਾ ਸਿਰ ਆਪਣੇ ਗੁਰੂ ਦੇ ਅੱਗੇ ਵੇਚ ਦਿੱਤਾ, ਰੱਖ ਦਿੱਤਾ। ਤੇ ਗੁਰੂ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਨੂੰ ਜਿਹਨੇ ਆਪਣਾ ਸਿਰ ਵੇਚ ਦਿੱਤਾ, ਆਪਣਾ ਜੀਵਨ ਦਾ ਆਧਾਰ ਗੁਰੂ ਨੂੰ ਬਣਾ ਲਿਆ, ਫਿਰ ਉਹਦਾ ਨਹੀਂ ਨਾ ਰਹਿ ਗਿਆ। ਜਿਹੜੀ ਚੀਜ਼ ਅਸੀਂ ਗੁਰੂ ਨੂੰ ਦੇ ਦਿੱਤੀ ਫਿਰ ਗੁਰੂ ਦੀ ਹੋ ਗਈ। ਫਿਰ ਜਿਹੜਾ ਸਿਰ ਗੁਰੂ ਨੂੰ ਦੇ ਦਿੱਤਾ ਫਿਰ ਉਹਨੂੰ ਗੁਰੂ ਕਦੇ ਝੁਕਣ ਨਹੀਂ ਦਿੰਦਾ। ਸਾਧ ਸੰਗਤ, ਜਿਹੜੀ ਚੀਜ਼ ਕਾਰੋਬਾਰ ਗੁਰੂ ਨੂੰ ਦੇ ਦਿੱਤਾ ਫਿਰ ਗੁਰੂ ਉਹ ਕਾਰੋਬਾਰ ਨੂੰ ਕਿਉਂ ਥੱਲੇ ਡਿੱਗਣ ਦਊਗਾ? ਤਾਂ ਗੁਰੂ ਦਾ ਹੋ ਗਿਆ ਨਾ। ਇਸ ਲਈ ਜਦੋਂ ਅਸੀਂ ਗੁਰੂ ਦੇ ਹੋ ਜਾਂਦੇ ਹਾਂ ਤੇ ਗੁਰੂ ਸਾਡਾ ਹੋ ਜਾਂਦਾ, ਫਿਰ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਹੋ ਜਾਂਦੇ ਹਨ। ਇਹ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਹੈ। ਇੱਥੇ ਹੀ ਸ਼ਬਦ ਦੀ ਸੰਪੂਰਨਤਾ, ਸਮੇਂ ਦੀ ਸਮਾਪਤੀ। ਜਿੰਨੀਆਂ ਵੀ ਸੰਗਤਾਂ ਦੂਰੋਂ ਨੇੜੋਂ ਚੱਲ ਕੇ ਗੁਰੂ ਦਰਬਾਰ ਵਿੱਚ ਆਈਆਂ, ਹਾਜ਼ਰ ਹੋਈਆਂ, ਸਭਨਾਂ ਨੂੰ ਗੁਰੂ ਘਰ ਵਿਖੇ ਪਹੁੰਚਣ ਉੱਤੇ ਜਿਉਂ ਆਇਆਂ ਨੂੰ ਆਖਿਆ ਜਾਂਦਾ ਹੈ। ਅੱਜ ਪੂਰਨਮਾਸ਼ੀ ਦਾ ਦਿਹਾੜਾ ਹੈ। ਉਸ ਦੇ ਸੰਦ ਵਿੱਚ ਆਪ ਸਰਬੱਤ ਸੰਗਤ ਬੜੇ ਅਦਬ ਅਤੇ ਸਤਿਕਾਰ ਦੇ ਨਾਲ ਦੂਰੋਂ ਨੇੜੇ ਚੱਲ ਕੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਸ਼੍ਰੀ ਨਾਢਾ ਸਾਹਿਬ ਵਿਖੇ ਆਏ ਹੋ। ਸਾਡੇ ਸਮੁੱਚੇ ਪ੍ਰਬੰਧ ਵੱਲੋਂ, ਸਾਡੇ ਮਾਣਯੋਗ ਮੈਨੇਜਰ ਸਾਹਿਬ ਵੱਲੋਂ, ਦਾਸ ਵੱਲੋਂ ਜਿਉਂ ਆਇਆਂ ਨੂੰ ਗੁਰੂ ਸਾਹਿਬ ਆਪ ਸਭ ਦੀ ਹਾਜ਼ਰੀ ਦਰ ਪ੍ਰਵਾਨ ਕਰਨ। ਹੋਈਆਂ ਭੁੱਲਾਂ ਦੀ ਖਿਮਾ। ਪਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।